ਅਮਰਾਂਗਦ ਦੁਖ ਅਮਰਦਾਸ ਜੀ ਹਿਰਦੈ ਸ੍ਰੀ ਗੁਰੂ ਰਾਮਦਾਸ Sri Har Gobind Sat Parkashak Sri Har Rai Namo Kar Jori Sri Har Krishna Manaye Bahuri
ਅਜੂਨੀ ਸੈਭੰ ਗੁਰ ਪ੍ਰਸਾਦਿ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਵਾਹਿਗੁਰੂ ਵਾਹਿਗੁਰੂ
ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ, ਪੂਜਾ ਆਸਣ ਥਾਪਣ ਸੋਆ, ਪੂਜਾ ਆਸਣ ਥਾਪਣ ਸੋਆ, ਪੂਜਾ ਆਸਣ ਥਾਪਣ ਸੋਆ, ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਪੈਰ ਧਰੇ। ਗੁਰੂ ਨਾਨਕ ਧੰਨ ਗੁਰੂ ਨਾਨਕ, 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 ਗੁਰੂ ਨਾਨਕ, ਧੰਨ 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 ਗੁਰੂ ਨਾਨਕ, ਗੁਰੂ ਨਾਨਕ, ਧੰਨ 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 ਗੁਰੂ ਨਾਨਕ, ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਪੈਰ ਧਰੇ। ਸਤਿਗੁਰੂ ਗਰੀਬ ਨਵਾਜ ਜਿਨ੍ਹਾਂ ਨੇ ਅਪਾਰ ਕਿਰਪਾ ਕੀਤੀ ਹੈ, ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਆ, ਆਪ ਸੰਗਤਾਂ ਭਾਵਨਾ ਨਾਲ ਜੁੜੇ ਹੋ। ਜਿਸ ਤਰ੍ਹਾਂ ਅੱਜ ਆਪਾਂ ਸਾਰੇ ਮਹਾਰਾਜ ਦੇ ਸਨਮੁਖ ਸਜੇ ਹਾਂ, ਰਾਏ ਹੋਏ ਦੀ ਤਲਵੰਡੀ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸਜੇ ਹਨ। ਭਾਗਾਂ ਵਾਲੀਆਂ ਰੂਹਾਂ ਉਦਣ ਵੀ ਜੁੜੀਆਂ ਸੀ ਤੇ ਅੱਜ ਵੀ ਜੁੜੀਆਂ। ਪੂਰਬ ਜਨਮ ਕੇ ਮਿਲੇ ਸੰਜੋਗੀ, ਇਹ ਗੁਰੂ ਸਾਹਿਬ ਨਾਲ ਆਪਣਾ ਪੂਰਬਲਾ ਰਿਸ਼ਤਾ ਹੈ। ਉਹ ਫਿਰ ਏਦਾਂ ਹੀ ਤੁਰਿਆ ਆਉਂਦਾ ਵਾਰੀ ਵਾਰੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਏ ਬੁਲਾਰ ਜੀ ਨੂੰ ਉਪਦੇਸ਼ ਦੇ ਰਹੇ, ਸਾਰੀ ਸੰਗਤ ਵੀ ਸਰਵਣ ਕਰ ਰਹੀ ਹੈ। ਤੇ ਮਹਾਰਾਜ ਜੀ ਨੂੰ 4 ਸ਼ਰਤਾਂ ਵਾਸਤੇ ਮਨਾਇਆ, ਪਰ ਸਤਿਗੁਰੂ ਨਹੀਂ ਮੰਨੇ। ਤੇ ਆਪਾਂ ਸਾਰੇ ਜੀਵ ਇਹਨਾਂ ਚੀਜ਼ਾਂ 'ਚ ਹੀ ਫਸ ਗਏ ਹਾਂ। ਜਿਹੜਾ ਖੇਤੀ ਕਰਨ ਲੱਗ ਪਿਆ ਉਹ ਖੇਤੀ ਜੋਗਾ ਹੀ ਰਹਿ ਗਿਆ, ਜਿਹੜਾ ਹੱਟੀ ਚਲਾਉਣ ਲੱਗ ਪਿਆ ਉਹ, ਜਿਹੜਾ ਪਰਦੇਸੀ ਹੋ ਗਿਆ ਉਹ ਪਰਦੇਸਾਂ ਜੋਗਾ ਹੀ ਰਹਿ ਗਿਆ। ਨਾ ਸੈਟਿੰਗ ਹੋਵੇ, ਨਾ ਕਰਜ਼ੇ ਲੈਣ, ਪਹਿਲੋਂ ਆਪਣਾ ਫਿਕਰ ਹੁੰਦਾ, ਮੁੜ ਕੇ ਗਾਂ ਫੈਮਿਲੀ ਦਾ ਪੈ ਜਾਂਦਾ। ਜਦੋਂ ਫੈਮਿਲੀ ਮੁੜ ਕੇ ਗਾਂ ਬੱਚਿਆਂ ਦਾ ਫਿਕਰ, ਉਹ ਫਿਰ ਉੱਥੇ ਹੀ ਸੰਪੂਰਨਤਾ ਹੁੰਦੀ ਹੈ। ਧਿਆਨ ਦੇ ਕੇ ਸੁਣਿਆ, ਸੱਚੇ ਪਾਤਸ਼ਾਹ ਮਹਾਰਾਜ ਨੂੰ ਪਹਿਲਾਂ ਉਹਨਾਂ ਪਰਿਵਾਰ ਦਾ ਮੋਹ ਪਾਇਆ,
ਤੇ ਆਪਾਂ ਸਾਰੇ ਇਸ ਮੋਹ ਦੇ ਵਿੱਚ ਆਪਾਂ ਪਹਿਲੇ ਜਾਲ 'ਚ ਹੀ ਫਸ ਜਾਂਦੇ ਹਾਂ। ਕਿਉਂਕਿ ਜਿੰਨੀ ਸੰਗਤ ਆਉਂਦੀ ਹੈ ਨਾ, ਆਪਾਂ ਸਾਰੇ ਵਿੱਚ ਹੀ ਦਾਸ ਵੀ, ਆਪਾਂ ਸਾਰੇ ਪਰਿਵਾਰਾਂ ਲਈ ਭੱਜੇ ਫਿਰਦੇ। ਕੋਈ ਤੰਦਰੁਸਤੀ ਮੰਗਦਾ, ਕੋਈ ਦੁੱਧ, ਕੋਈ ਪੁੱਤ, ਕੋਈ ਰਿਸ਼ਤਾ ਮੰਗਦਾ ਹੈ। ਇਸ ਮੋਹ ਦੇ ਪਹਿਲੇ ਜਾਲ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਛਾਲ ਮਾਰ ਕੇ ਨਿਕਲ ਗਏ। ਦੂਜਾ ਜਾਲ ਸੀ ਖੇਤੀ ਦਾ। ਮਹਾਰਾਜ ਸਾਹਿਬ ਧੰਦੇ 'ਚ ਵੀ ਨਹੀਂ ਫਸੇ। ਤੀਜਾ ਜਾਲ ਪਾਇਆ ਉਹਨਾਂ ਨੇ ਵੀ ਚੱਲ ਹੱਟੀ ਪਾ ਦਿੰਦੇ। ਹੱਟੀ ਦਾ ਵੀ ਬੜਾ ਵੱਡਾ ਮੋਹ ਹੁੰਦਾ। ਥੋੜਾ ਥੋੜਾ ਸੌਦਾ ਵਿਕੀ ਜਾਣਾ, ਮੁਨਾਫਾ ਹੋਈ ਜਾਣਾ, ਬੰਦਾ ਨਾ ਉੱਥੇ ਕੀ ਰੁੱਝਾ ਰਹਿੰਦਾ। ਕਈ ਆਪਣੇ ਸੱਜਣ ਮਿੱਤਰ ਹੈਗੇ, ਹੁਣ ਕਿਹਦਾ ਮੱਥਾ ਕਹਿੰਦੇ ਬਾਬਾ ਜੀ ਰਾਤ ਦੇ 12 ਵੱਜ ਜਾਂਦੇ ਦੁਕਾਨ 'ਤੇ ਵੀ। ਫਿਰ ਜਦੋਂ ਸਾਰੇ ਗਾਹਕ ਚੱਲ ਜਾਂਦੇ, ਫਿਰ ਚੀਜ਼ਾਂ ਲਿਖੀ ਦੀਆਂ, ਹਿਸਾਬ ਕਰੀਦਾ ਵੀ ਕਿੰਨੇ ਬੱਚੇ, ਕਿਹੜੀ ਚੀਜ਼ ਮੋਗੀ ਲਿਆਉਣ ਵਾਲੀ ਆ। ਫਸ ਗਿਆ ਨਾ। ਇਸੇ ਤਰ੍ਹਾਂ ਚੌਥਾ ਜਾਲ ਸੀ ਵਿਦੇਸ਼ ਦਾ। ਮਹਾਰਾਜ ਨੂੰ ਕਹਿੰਦੇ ਚੱਲ ਤੂੰ ਘੋੜਿਆਂ ਦਾ ਵਪਾਰ ਜਿੱਦਾਂ ਸ਼ਾਹ ਅੱਲਾ ਯਾਰ ਜੀ ਕਰਦੇ ਸੀ ਵੀ ਚੱਲ ਇਹੋ ਹੀ ਕਰ ਲਾ, ਨਾਲੇ ਤੁਰਿਆ ਫਿਰੀ ਨਾਲੇ ਕਮਾਈ ਕਰ ਲਈ। ਮਹਾਰਾਜ ਨੇ ਉਹਨੂੰ ਵੀ ਜਵਾਬ ਦੇ ਦਿੱਤਾ, ਇਹਨਾਂ ਚਾਰਾਂ ਚੀਜ਼ਾਂ 'ਚ ਆਪਣੀ ਜ਼ਿੰਦਗੀ ਮੁੱਕ ਜਾਣੀ। ਕਈਆਂ ਦੀ ਪਰਿਵਾਰ ਪਾਲਦਿਆਂ ਮੁੱਕ ਜਾਣੀ ਆ, ਤੇ ਕਈਆਂ ਦੀ ਜਾਇਦਾਦ ਬਣਾਉਂਦਿਆਂ ਮੁੱਕ ਜਾਣੀ ਆ, ਤੇ ਕੋਈ ਜਿਹੜਾ ਹੱਟ ਕਰਦਾ ਹੈ, ਛੋਟੀ ਹੱਟੀ ਤੋਂ ਵੱਡੀ ਹੱਟੀ, 2 ਹੱਟੀਆਂ 4 ਹੱਟੀਆਂ, ਵੱਡਾ ਸ਼ੋਰੂਮ। ਇਸੇ ਤਰ੍ਹਾਂ ਵਿਦੇਸ਼ੀ ਬੰਦਾ ਜਿਹੜਾ, ਉਹ ਵੀ ਹੌਲੀ ਹੌਲੀ ਪਹਿਲਾਂ ਆਪ ਦਿਹਾੜੀ ਕਰਦਾ, ਫਿਰ ਹੌਲੀ ਹੌਲੀ ਮਾਲਕ ਬਣਦਾ, ਕਿਰਾਏ ਦਾ ਘਰ ਛੱਡ ਕੇ ਆਪਣਾ ਘਰ ਲੈਣਾ ਸ਼ੁਰੂ ਕਰਦਾ, ਤੇ ਫਿਰ ਉਹਦਾ ਟੈਕਸ ਤਾਰਦਾ ਬਜ਼ੁਰਗ ਹੋ ਜਾਂਦਾ। ਤੋ ਇਸ ਤਰ੍ਹਾਂ ਕਰਕੇ 4 ਜੰਜਾਲ ਮੁੱਖ ਨੇ ਜਿਨ੍ਹਾਂ 'ਚੋਂ ਮੇਰੇ ਨਾਨਕ ਜੀ ਨਿਕਲ ਗਏ। ਤੇ ਹੁਣ ਅਗਲਾ ਉਪਦੇਸ਼ ਜਿਹੜਾ ਸੀ ਉਹ ਆਪ ਜੀ ਸਰਵਣ ਕਰੋ। ਮਹਾਰਾਜ ਜੀ ਕੀ ਕਿਰਪਾ ਕਰਦੇ ਹਨ। ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀਤ ਦਸੋਂ ਦਿਸ ਤੁਤ ਲਈ, ਜਿਨ ਭੂਪਨ ਤੇ ਨਿਜ ਸੇਵ ਕਰਾਏ। ਭਾਈ ਬਾਲਾ ਜੀ ਕਥਾ ਸੁਣਾ ਰਹੇ ਆ, ਤੇ ਆਖੋ ਧੰਨ ਗੁਰੂ ਅੰਗਦ ਸਾਹਿਬ ਜੀ। ਮਹਾਰਾਜ ਖਡੂਰ ਸਾਹਿਬ ਕਥਾ ਸੁਣਦੇ। ਸੱਚੇ ਪਾਤਸ਼ਾਹ ਕਹਿੰਦੇ ਭਾਈ ਬਾਲਾ ਅੱਗੇ ਕੀ ਹੋਇਆ, ਬੜਾ ਰਸ ਆਇਆ ਤੇਰੀ ਕਥਾ ਦਾ। ਕਿ ਗੁਰੂ ਨਾਨਕ ਸਾਹਿਬ ਨੇ ਪਰਿਵਾਰ ਵੀ ਆਪਣਾ ਵੱਖਰਾ ਹੀ ਦੱਸਿਆ, ਜ਼ਮੀਨ ਜਾਇਦਾਦ ਵੀ ਵੱਖਰੀ ਦੱਸਦੀ, ਹੱਟੀ ਵੀ ਵੱਖਰੀ ਚਲਾ ਲਈ, ਤੇ ਵਿਦੇਸ਼ ਦਾ ਵਪਾਰ ਵੀ ਵੱਖਰਾ ਹੀ ਕਰ ਲਿਆ। ਤੇ ਹੁਣ ਫਿਰ ਅੱਗੇ ਕੀ ਹੋਇਆ। ਤੇ ਭਾਈ ਬਾਲਾ ਜੀ ਕਹਿੰਦੇ ਅੱਗੇ ਕਥਾ ਇਸ ਤਰ੍ਹਾਂ ਚੱਲੀ ਵੀ ਰਾਏ ਬਲਾਰ ਜੀ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਰਾਜਨ, ਜਿੰਨੇ ਵੀ ਦੁਨੀਆ ਦੇ ਰਾਜੇ ਆ, ਚੱਕਰਵਰਤੀ, ਪਲਾਂ ਦੇ ਵਿੱਚ ਹੀ ਮਹਾਰਾਜ ਕਹਿੰਦੇ ਸਾਰੀ ਧਰਤੀ ਨੂੰ ਜਿੱਤ ਲਏ, ਕਬਜ਼ਾ ਕਰ ਲਿਆ। ਜਿਸ ਤਰ੍ਹਾਂ ਸਿਕੰਦਰ ਸੀ, ਬਾਬਰ ਸੀ, ਮਹਿਮੂਦ ਗਜ਼ਨਵੀ ਵਰਗੇ ਕਿਤਨੇ ਕਿ ਜਿਨ੍ਹਾਂ ਨੇ ਹੱਲੇ ਦੇ ਨਾਲ ਹੀ ਦੁਨੀਆ ਨੂੰ ਮੁੱਠੀ ਦੇ ਵਿੱਚ ਕਰ ਲਿਆ। ਉਂਚ ਕੀਏ ਧਨ ਹੈ ਵਰ ਗੈਵਰ, ਜੋਰ ਚਮੰ ਚਤੁਰੰਗ ਬਣਾਏ। ਔਰ ਕਹਿੰਦੇ ਚਤਰੰਗੀ ਫੌਜ ਇਕੱਠੀ ਕਰ ਲਈ, ਚੰਗੇ ਹਾਥੀ, ਚੰਗੇ ਘੋੜੇ, ਚੰਗੇ ਸ਼ਸਤਰ, ਇਹ ਸਾਰਾ ਧਨ ਮਾਲ ਜਿਹੜਾ ਸੀ ਉਹਨਾਂ ਨੇ ਇਕੱਤਰ ਕੀਤਾ। ਜੋਨ ਸਮੇਂ ਕਰ ਕਾਹੇ ਨ ਜਾਣਤ, ਅੰਤ ਸਮੇਂ ਪਗ ਨੰਗ ਸਿਦਾਏ। ਮਹਾਰਾਜ ਜੀ ਕਹਿੰਦੇ ਬਾਪੂ ਰਾਏ ਬਲਾਰ ਜੀ, ਇਹ ਜਿਹੜੇ ਚੱਕਰਵਰਤੀ ਰਾਜੇ ਸੀ ਨਾ, ਇਹਨਾਂ ਨੇ ਹੱਲੇ ਦੇ ਨਾਲ ਹੀ ਦੁਨੀਆ ਤੇ ਕਬਜ਼ਾ ਕੀਤਾ। ਪਰ ਜਦੋਂ ਜੌਨ ਸਮੇਂ ਕਰ ਕਾਹੇ ਨਾ ਜਾਣਤ, ਕਹਿੰਦੇ ਇਹਨਾਂ ਨੂੰ ਜਾਣ ਦਾ ਸਮਾਂ ਪਤਾ ਹੀ ਨਹੀਂ। ਜਿਹਨੂੰ ਬਾਣੀ ਕਹਿੰਦੀ ਹੈ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਇਹਦੇ ਬੰਗਲਾ ਕੇਲਾਂ ਕਰਨ ਦਿਆ, ਕਦੇ ਨੱਚਦਾ ਕਦੇ ਉੱਡਦਾ ਏ, ਤੇ ਕਹਿੰਦੇ ਕੇਲ ਕਰਿੰਦੇ ਹੰਝ ਨੂੰ। ਬੰਗਲਾ ਕੌਣ? ਆਪਾਂ ਵੰਨ ਸਵੰਨੇ ਕੱਪੜੇ ਪਾਉਂਦੇ ਆ, ਵੰਨ ਸਵੰਨਾ ਖਾਂਦੇ ਆ, ਕਦੇ ਇੱਧਰ ਨੂੰ ਗੱਡੀ ਭਜਾ ਲਈਦੀ, ਕਦੇ ਇੱਧਰ ਨੂੰ ਭਜਾ ਲਈਦੀ। ਤੇ ਮਹਾਰਾਜ ਦੀ ਬਾਣੀ ਕਹਿੰਦੀ ਓਏ ਬਗਲਿਆ, ਤੈਨੂੰ ਪਤਾ ਨਹੀਂ ਲੱਗਣਾ ਕਦੋਂ ਤੈਨੂੰ ਮੌਤ ਰੂਪੀ ਬਾਜ ਨੇ
ਫਿਰ ਇਹੋ ਹੀ ਕਹੀਦਾ ਜੀ ਕੱਲ ਚੰਗਾ ਭਲਾ ਮਿਲਿਆ ਸੀ, ਕੋਈ ਬਿਮਾਰੀ ਵੀ ਨਹੀਂ ਸੀ। ਬਾਣੀ ਸੱਚ ਹੈ। ਮੈਂ ਇੱਕ ਦਿਨ ਸਹਿਜ ਪਾਠ ਕਰਦਿਆਂ ਇਹ ਸੋਚ ਰਿਹਾ, ਤੁਸੀਂ ਵੀ ਕਰਦੇ, ਵੀ ਜੋ ਐਸ ਧਰਤੀ ਦਾ ਏ, ਜੇ ਉਹ ਸਾਰਾ ਕੁਝ ਸੱਚ ਪੰਕਤੀਆਂ 'ਚ ਦਿਸਣ ਦਿਆ, ਤੇ ਜਿਹੜਾ ਫਿਰ ਮਾਰੇ ਮਰਨ ਤੋਂ ਬਾਅਦ ਦੱਸਦੇ ਆ, ਤੇ ਉਹ ਕਿੱਦਾਂ ਝੂਠ ਹੋ ਸਕਦਾ? ਤੁਸੀਂ ਆਪ ਪਾਠ ਕਰਦੇ ਨਾ, ਜੋ ਜੋ ਦੁਨੀਆ ਦੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਆ ਰਹੀਆਂ, ਜਿਹੜੀਆਂ ਜਾਣੀ ਆਪਾਂ ਨੂੰ ਨਜ਼ਰ ਆ ਰਹੀਆਂ, ਤੇ ਕਈ ਕਹਿਣਗੇ ਨਾ ਅੱਗਾ ਨਹੀਂ ਹੁੰਦਾ ਜੀ, ਅਗਲਾ ਕਿਸੇ ਨੇ ਵੇਖਿਆ, ਪਰ ਮੇਰਾ ਹਿਰਦਾ ਗੁਰੂ ਸਾਹਿਬ ਤੋਂ ਡਰ ਕੇ ਕਹਿੰਦਾ ਵੀ ਜੇ 80% ਦੁਨੀਆ ਦਾ ਸੱਚ ਬਾਣੀ ਬੋਲਣ ਦੀ ਜਿਹੜਾ ਆਪਾਂ ਨੂੰ ਦੀਦਾ ਵਾ, ਜੇ ਉਹ ਸੱਚ ਹੁੰਦਿਆ, ਤੇ ਫਿਰ ਅਗਲੇ ਪਾਸੇ ਸਭ ਕੁਝ ਹੈਗਾ ਹੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਕਰਕੇ ਬਾਣੀ ਵੀ ਬਣਾਈ ਤੇ ਇਤਿਹਾਸ ਵੀ ਬਣਾਇਆ। ਤੇ ਮਹਾਰਾਜ ਗਰੀਬ ਨਵਾਜ ਜੀ ਫਿਰ ਦੱਸ ਰਹੇ, ਕਹਿੰਦੇ ਬਾਪੂ ਰਾਏ ਬਲਾਰ ਬੜੇ ਬੜੇ ਛਤਰਧਾਰੀ ਰਾਜੇ ਜਿਹੜੇ, ਇਹਨਾਂ ਦਾ ਕਾਲ ਸਿਰ ਤੇ ਹੈ, ਪਰ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਕਹਿੰਦੇ ਅੰਤ ਸਮੇਂ ਪੱਗ ਨੰਗ ਸਿਧਾਏ, ਕਹਿੰਦੇ ਜਦੋਂ ਫਿਰ ਅੰਤ ਆਇਆ, ਸੋਨੇ ਦੀਆਂ ਜੁੱਤੀਆਂ ਪਾਉਣ ਵਾਲੇ ਰਾਜੇ, ਸੋਨੇ ਦੀ ਕੁਰਸੀ ਤੇ ਬਹਿਣ ਵਾਲੇ ਰਾਜੇ ਨੰਗੇ ਹੋ ਗਏ, ਨੰਗੇ। ਤੇ ਸੰਗਤੇ ਬੜਾ ਡਰ ਜਿਹਾ ਲੱਗਦਾ ਵੀ ਆ ਜਿਹੜਾ ਸਰੀਰ ਆਪਾਂ ਕਿੰਨਾ ਸੰਭਾਲ ਕੇ ਰੱਖਦੇ, ਗਰਮੀ 'ਚ ਇਹਨੂੰ ਮੁਲਾਇਮ ਕੱਪੜਾ ਪਾਈਦਾ ਵੀ ਕਿਤੇ ਇਹਦੇ ਪਿੱਤ ਨਾ ਹੋ ਜੇ, ਸਿਆਲ 'ਚ ਇਹਨੂੰ ਵਧੀਆ ਕਾਟਨ ਗਰਮ ਦੇਈਦਾ। ਤੇ ਬਾਣੀ ਕਹਿੰਦੀ ਹੈ ਜਿੰਨਾ ਮਰਜ਼ੀ ਇਹਨੂੰ ਪਿਆਰ ਕਰ ਲੈ, ਇਹਨੇ ਰਹਿਣਾ ਕੋਈ ਨਹੀਂ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੁਣ ਗੱਦਾ ਪੋਲਾ ਸਰਾਣਾ ਵੀ ਵੱਡਾ ਹੋਇਆ ਕਿਹਦਾ ਪੋਲਾ ਦਿਓ। ਤੇ ਬਾਬਾ ਜੀ ਕਹਿੰਦੇ ਇੱਕ ਦਿਨ ਇੱਦਾਂ ਦਾ ਆਉਣਾ, ਇੱਟ ਸਰਾਣੇ, ਤੇਰੇ ਸਰਾਣੇ ਦੇ ਥੱਲੇ, ਸਰਾਣੇ ਦੀ ਥਾਂ ਤੇ ਇੱਟ ਹੋਊਗੀ, ਤੇ ਗੱਦਿਆਂ ਦੀ ਥਾਂ ਤੇ ਧਰਤੀ ਮਾਂ ਹੋਊਗੀ। ਇੱਟ ਸਰਾਣੇ ਹੋਏ ਸਵਣ, ਹੋਏ ਸਵਣ, ਯਾਨੀ ਕਬਰ ਦੇ ਵਿੱਚ ਤੈਨੂੰ ਜਦੋਂ ਲਾ ਕੇ ਫੱਟੇ ਤੋਂ ਲੰਮੇ ਪਾਇਆ ਨਾ, ਤੇ ਤੇਰੇ ਥੱਲੇ ਸਰਾਣਾ ਨਹੀਂ ਰੱਖਣਾ, ਇੱਟ ਰੱਖਣੀ ਆ ਸਿੱਧਾ ਕਰਕੇ, ਤੇ ਫਿਰ ਤੈਨੂੰ ਲੰਮੇ ਪਾ ਕੇ ਤੇ ਉੱਤੇ ਮਿੱਟੀ ਪਾ ਦੇਣੀ ਹੈ। ਤੇ ਬਾਬਾ ਜੀ ਕਹਿੰਦੇ ਇੱਟ ਸਰਾਣੇ ਭੋਏ ਸਵਣ, ਕੀੜਾ ਲੜਿਓ ਮਾਸ। ਕਈ ਵਾਰ ਨਾ ਸੰਗਤ ਬੈਠੀ ਹੁੰਦੀ, ਨਿੱਕਾ ਜਿਹਾ ਭੱਬੂ ਆ ਜੇ ਕੀੜਾ, ਤੇ ਆਪਾਂ ਸਾਰੇ ਭੱਜ ਪੈਨੇ ਵੀ ਉਹ ਮੇਰੇ ਆ ਗਿਆ। ਕਿੰਨਾ ਵੀ ਟਿਕਾ ਬਣਿਆ ਹੋਵੇ ਨਾ ਕਥਾ ਦਾ, ਮੈਂ ਕਿਤੇ ਨਾ ਹੱਸ ਪਿਆ, ਰਹਿ ਰਸ ਦਾ ਪਾਠ ਚੱਲੇ, ਤੇ ਇੱਥੇ ਸੰਗਤਾਂ ਬੈਠੀਆਂ ਭੈਣਾਂ, ਤੇ ਉਹ ਕੋੜ ਕਿਰਲੀ ਡਿੱਗੀ, ਤੇ ਉਹ ਸਾਰੀਆਂ ਚੀਕਾਂ ਮਾਰ ਗਈ। ਤੇ ਮੇਰੇ ਮਨ 'ਚ ਆਇਆ, ਮੈਂ ਕਿਹਾ ਵੀ ਧਾਨੀ ਗੁਰੂ ਤੇ ਗੁਰੂ ਦੇ ਸਿੱਖ, ਵੀ ਆਰਾ ਚੱਲਣ ਦਿਆ ਵਾ ਤੇ ਡੋਲਣ ਨਹੀਂ ਦਾ, ਬੰਦ ਬੰਦ ਕੱਟਣ ਦਿਆ ਤੇ ਬਾਣੀ ਪੜ੍ਹਨ ਦਿਆ, ਤੇ ਨਿੱਕੀ ਜੀ ਕੋੜ ਕਿਰਲੀ ਵੇਖ ਕੇ ਬਾਹਰ ਦੇ ਦਰਬਾਰ ਛੱਡ ਕੇ ਭੱਜ। ਕਿਉਂ ਭੱਜੇ? ਕਿਉਂਕਿ ਉਹਦੇ ਵਿੱਚੋਂ ਸਾਨੂੰ ਆਪਣੀ ਤਾਂ ਹੀ ਡਰਦੇ ਆ ਨਾ, ਇਹੋ ਚੀਜ਼ ਮਾਰੇ ਦੂਰ ਕਰਦੇ। ਹੁਣ ਇੱਕ ਸਾਧੂ ਹੋਏ ਸੀ ਮਹਾਂਪੁਰਖ ਸੰਤ ਸਰੂਪ ਸਿੰਘ ਜੀ, ਉਹਨਾਂ ਮਹਾਂਪੁਰਖਾਂ ਦਾ ਜੀਵਨ ਸੀ। ਕਹਿੰਦੇ ਵੀ ਉਹ ਇੱਦਾਂ ਜਦੋਂ ਕੁਟੀਆ 'ਚ ਬਹਿੰਦੇ ਸੀ ਨਾ, ਤੇ ਉਹਨਾਂ ਦੇ ਸਰੀਰ ਤੇ 5-5 6-6 ਸੱਪ ਚੜੇ ਹੋਣੇ, ਤੇ ਸੰਗਤ ਨੇ ਵੇਖਣੇ, ਝੁੱਗੀ ਵਾਲੇ ਕਰਕੇ ਉਹਨਾਂ ਨੂੰ ਕਹਿੰਦੇ ਸਨ। ਤੇ ਉਹ ਕਹਿੰਦੇ ਵੀ ਇੱਕ ਦਿਨ ਕਿਸੇ ਮਹਾਂਪੁਰਖ ਪਿਆਰੇ ਨੂੰ ਨਾ ਪੁੱਛਿਆ ਵੀ ਇਹ ਸਾਧੂ ਕੈਸਾ, ਇਹਨੂੰ ਦੰਦੀ ਨਹੀਂ ਵੱਢਦੇ ਤੇ ਮਰਦਾ ਕਿਉਂ ਨਹੀਂ ਹੈ ਭਾਈ? ਤੇ ਮਹਾਂਪੁਰਖ ਕਹਿੰਦੇ ਦਰਅਸਲ ਵਿੱਚ ਨਾ ਉਹ ਜਿਹੜੇ ਸੱਪ ਨੇ ਉਹ ਟੇਢੀਆਂ ਜੂਨਾਂ ਹੈ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ 526 ਅੰਗ ਜਦੋਂ ਕੱਢੋਗੇ ਨਾ ਤੁਸੀਂ, ਜਦੋਂ ਸੰਗਤ ਕਥਾ ਬੰਦਾ ਸੁਣਦਾ ਤੇ ਉਹਦੀ ਜ਼ਿੰਦਗੀ ਬਦਲਦੀ। ਉਹ ਕਹਿੰਦਾ ਮਣਾ, ਇੱਥੇ ਸੰਗਤ ਕਈ ਕਹੂਗੀ ਬਾਬਾ ਜੀ ਇੰਨੇ ਸਾਲ ਹੋ ਗਏ ਮੱਥਾ ਟੇਕ ਕੇ ਮੁੜ ਜਾਈਦਾ ਸੀ, ਸਾਨੂੰ ਪਤਾ ਹੀ ਨਹੀਂ ਲੱਗਾ ਵੀ ਇੱਥੇ ਰੁਮਾਲੇ ਥੱਲੇ ਕੀ ਹੈ, ਸੱਚ ਆ ਨਾ, ਤੇ ਕਦੀ ਕਿਸੇ ਨੇ ਪਿਆਰ ਨਾਲ ਸੁਣਾਇਆ ਹੀ ਆ। ਜਿਹੜੇ ਪਿਆਰ ਨਾਲ ਸੁਣਾਉਣ ਵਾਲੇ ਸੀ ਉਹ ਸਾਰਿਆਂ ਨੂੰ ਬਾਹਰਲੇ ਖਿੱਚ ਕੇ ਲੈ ਗਏ। ਭਾਈ ਸਰਬਜੀਤ ਸਿੰਘ ਉਹ ਵੀ ਬਾਹਰ ਚਲੇ ਗਏ, ਭਾਈ ਪਿੰਦਰਪਾਲ ਜੀ ਉਹ ਵੀ ਵਲਾਇਤ ਚਲੇ ਗਏ, ਗਿਆਨੀ ਸਾਹਿਬ ਸਿੰਘ ਕੈਨੇਡਾ ਵਾਲੇ। ਇੱਕ ਤੇ ਇਹ ਬੜਾ ਪੰਗਾ ਪੈ ਗਿਆ ਵੀ ਜਿਹੜਾ ਵੀ ਸਰੋਤਿਆਂ ਨੂੰ ਪਿਆਰ ਕਰਨ ਵਾਲੀ ਰੂਹ ਬੰਦਗੀ ਵਾਲੀ, ਉਹਨਾਂ ਨੂੰ ਉਧਰਲੀਆਂ ਸੰਗਤਾਂ ਮੁੜ ਕੇ ਮੁੜਨ ਹੀ ਨਹੀਂ ਦਿੰਦੀ। ਉਹ ਸੋਨੇ ਦਾ ਪਿੰਜਰਾ ਹੀ ਇੱਦਾਂ ਦਾ, ਪਿਆਰ ਹੀ ਇੱਦਾਂ ਮਿਲ ਜਾਂਦਾ ਵੀ ਹਰ ਬੰਦਾ ਕਹਿੰਦਾ ਵੀ ਬਸ ਉਹ ਖਿੱਚ ਪੈ ਜਾਂਦੀ ਨਾ ਉਹ ਸਤਿਨਾਮ। ਮੁੜ ਕੇ ਉਹ ਫੈਮਲੀਆਂ ਵੀ ਲੈ ਗਏ ਆਪਣੀਆਂ ਬੜੀਆਂ ਵਧੀਆ। ਤੋ ਇਸ ਕਰਕੇ ਬੜੇ ਵੱਡੇ ਵਿਦਵਾਨ ਗੁਰੂ ਪਾਤਸ਼ਾਹ ਮਹਾਰਾਜ ਦੇ ਸਾਡੇ ਗਿਆਨੀ ਫੌਜਾ ਸਿੰਘ ਜੀ, ਉਹਨਾਂ ਦਾ ਬਚਨ ਹੁੰਦੇ ਆ ਵੀ ਫੈਮਲੀ ਸਮੇਤ ਚਲੇ ਗਏ। ਸ਼ੁਕਰਾਨਾ ਕਹਿੰਦਾ ਭਾਈ ਸਾਹਿਬ ਕਰ ਦਿਓ। ਮੈਂ ਕਿਹਾ ਕੋ ਸਤਨਾਮ
ਵੀ ਸ਼ੁਕਰਾਨਾ ਤਾਂ ਹੀ ਕਰਨਾ ਹੀ ਹੈ। ਇਦਾਂ ਕਰਕੇ ਜਿਹੜੀਆਂ ਰੂਹਾਂ ਟੁੰਬਦੀਆਂ ਨਾ ਤੁਹਾਨੂੰ, ਜਿਨ੍ਹਾਂ ਦੇ ਕੋਲ ਰੱਬ ਨੇ ਹੁਨਰ ਦਿੱਤਾ ਵਾ, ਉਹ ਸਾਡੇ ਤੋਂ ਦੂਰ ਜਾ ਰਹੀਆਂ। ਸੁਰਹੋ ਵਿਚਾਰ। ਤੇ ਇਹ ਬਹੁਤ ਪਿਆਰ ਬਾਣੀ 'ਚ 526 ਅੰਗ ਦੇ ਉੱਤੇ ਜਾਇਓ, ਉੱਥੇ ਮਾਰੇ ਕਹਿੰਦੇ ਅੰਤ ਸਮੇਂ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਕਹਿੰਦੇ ਜਿਹੜਾ ਅੰਤ ਸਮੇਂ ਮਾਇਆ ਵੱਲ ਧਿਆਨ ਕਰਦਾ ਨਾ, ਸਰਪ ਜੂਨ ਵਲ ਵਲ ਉਤਰੈ। ਕਹਿੰਦੇ ਉਹਨੂੰ ਸੱਪ ਦੀ ਜੂਨ ਮਿਲਦੀ। ਤੇ ਉਹ ਮਹਾਂਪੁਰਖ ਕਹਿੰਦੇ ਵੀ ਇਹ ਸਾਨੂੰ ਕੁਝ ਨਹੀਂ ਕਹਿੰਦੇ, ਇਹ ਤੇ ਵਿਚਾਰੇ ਸਤਾਏ ਹੋਏ, ਕਿਉਂਕਿ ਪਿਛਲੇ ਜਨਮ ਦੇ ਵਿੱਚ ਇਹਨਾਂ ਨੇ ਬੰਦਗੀ ਨਹੀਂ ਕੀਤੀ, ਕੱਲੀ ਮਾਇਆ ਇਕੱਠੀ ਕੀਤੀ। ਤੇ ਅੱਜ ਵੀ ਬਹੁਤੇ ਲੋਕ ਇੱਦਾਂ ਦੇ ਆ ਵੀ ਜਿਨ੍ਹਾਂ ਦੇ ਬਿਜ਼ਨਸ ਏਡੇ ਤਕੜੇ ਆ ਵੀ ਉਹਨਾਂ ਨੂੰ ਪਤਾ ਹੀ ਨਹੀਂ ਵੀ ਜਪਜੀ ਸਾਹਿਬ ਕੀ ਹੁੰਦਾ, ਜਾਪ ਸਾਹਿਬ ਕਿਹਨੂੰ ਕਹਿੰਦੇ ਆ, ਗੁਰਦੁਆਰਾ ਕੀ ਹੁੰਦਾ। ਉਹ ਕਿਤੇ ਭੁੱਲ ਭੁਲੇਖੇ ਰਿਸ਼ਤੇਦਾਰ ਉਹਨਾਂ ਨੂੰ ਲੈ ਵੀ ਆਵੇ ਤੇ ਉਹ ਇੱਦਾਂ ਦਰਬਾਰ 'ਚ ਮਗਰ ਮਗਰ ਫਿਰਨਗੇ ਵੀ ਜਿੱਧਰ ਨੂੰ ਅਗਲਾ ਜਾਊਗਾ ਨਾ ਵੀ ਐਂ ਦੀ ਪਰਿਕਰਮਾ ਕਰਨੀ, ਐ ਪ੍ਰਸ਼ਾਦ ਲੈਣਾ, ਉਹਨਾਂ ਨੂੰ ਨਹੀਂ ਪਤਾ। ਤੋ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋ, ਕਹਿੰਦੇ ਵੀ ਇਹਨਾਂ ਮਾਇਆ ਕਤਰ ਕੀਤੀ ਆ। ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਇੱਕ ਸਾਖੀ ਸੁਣਾਉਂਦੇ ਸੀ, ਕਹਿੰਦੇ ਕੋਈ ਯਾਤਰਾ ਚੱਲਿਆ ਤੇ ਦਰਿਆ ਲੰਘਣ ਦਿਆ ਸੀ। ਦਰਿਆ ਇਹ ਬੇੜੀ ਦੇ ਵਿੱਚ ਬੈਠਾ ਤੇ ਬੇੜੀ ਦੇ ਲਾਗੇ ਨਾ ਇੱਕ ਮਗਰਮੱਛ ਆਇਆ ਤੇ ਉਸ ਮਗਰਮੱਛ ਨੇ ਆਵਾਜ਼ ਦਿੱਤੀ, ਕਹਿੰਦੇ ਪੁਰਖਾ ਕਿੱਥੇ ਚੱਲਿਆ? ਕਹਿੰਦੇ ਮੈਂ ਸੰਗਤ ਕਰਨ ਚੱਲਿਆ ਸਾਧੂਆਂ ਨੂੰ। ਕਹਿੰਦੇ ਵੀ ਮੇਰੀ ਵੀ ਇੱਕ ਬੇਨਤੀ ਲੈ ਜਾ, ਜੇ ਕਿਤੇ ਮੇਰਾ ਵੀ ਹੱਲ ਹੋ ਜੇ। ਕਹਿੰਦੇ ਕੀ? ਕਹਿੰਦਾ ਵੀ ਮੇਰੀ ਬੇਨਤੀ ਮਹਾਂਪੁਰਖਾਂ ਨੂੰ ਪੁੱਛਿਓ ਵੀ ਮੈਂ ਰਹਿੰਦਾ ਪਾਣੀ 'ਚ। ਧਿਆਨ ਦੇ ਕੇ ਮਹਾਂਪੁਰਖਾਂ ਦੇ ਬੋਲ, ਮੈਂ ਰਹਿੰਦਾ ਪਾਣੀ 'ਚ ਐ, ਪਰ ਮੇਰੇ ਨਾ ਅੰਦਰ ਜਿਹੜਾ ਹਿਰਦਾ ਹੈ ਤੇ ਸਾੜ ਬੜਾ ਪੈਂਦਾ। ਕਿ ਲੋਕੀ ਤੇ ਸਾੜ ਪਵੇ ਤੇ ਪਾਣੀ ਨਾਲ ਨਹਾਉਂਦੇ ਜਾਂ ਪਾਣੀ ਪੀਂਦੇ, ਤੇ ਮੈਂ ਤੇ ਰਹਿੰਦਾ ਹੀ ਅੱਠੇ ਪੈਰ ਪਾਣੀ 'ਚ। ਮਹਾਂਪੁਰਖਾਂ ਦੇ ਬੋਲ ਸੀ, ਕਹਿੰਦੇ ਜਦੋਂ ਸੰਗਤ ਵਿੱਚ ਗਿਆ ਨਾ, ਉੱਥੇ ਰੱਬ ਦੇ ਪਿਆਰੇ ਕਥਾ ਕੀਰਤਨ ਕਰਕੇ ਹਟੇ। ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ, ਉਹਨਾਂ ਨੂੰ ਸਾਰਾ ਹੀ ਪਤਾ। ਜਦੋਂ ਮੱਥਾ ਟੇਕ ਕੇ ਮੁੜਨ ਲੱਗਾ, ਕਹਿੰਦੇ ਬਾਬਾ ਜੀ ਇੱਕ ਬੇਨਤੀ ਹੈ। ਮਹਾਂਪੁਰਖ ਕਹਿੰਦੇ ਦੱਸੋ? ਕਹਿੰਦੇ ਇੱਦਾਂ ਘਟਨਾ ਘਟੀ ਆ, ਮੈਂ ਆ ਰਿਹਾ ਸੀ ਦਰਿਆ ਦੇ ਵਿੱਚ ਤੇ ਉਸ ਜੀਵ ਦੀ ਪੁਕਾਰ ਮੈਨੂੰ ਸੁਣੀ ਹੈ। ਔਰ ਇਹ ਵੀ ਉਹ ਬੰਦਾ ਸੁਣ ਸਕਦਾ ਕਮਾਈ ਵਾਲਾ। ਹੁਣ ਤੁਸੀਂ ਕਹੋਗੇ ਵੀ ਜਾਨਵਰ ਕਿੱਦਾਂ ਬੋਲ ਪਿਆ, ਆ ਹੀ ਜਾਣਾ। ਪਰ ਜਿਹੜੇ ਫਕੀਰ ਹੁੰਦੇ, ਦਰਵੇਸ਼ ਹੁੰਦੇ ਨਾ, ਇਹ ਪਸ਼ੂਆਂ ਨਾਲ ਵੀ ਗੱਲਾਂ ਕਰ ਲੈਂਦੇ ਆ, ਪੰਛੀਆਂ ਨਾਲ ਗੱਲਾਂ ਵੀ ਕਰ ਲੈਂਦੇ ਆ, ਤੇ ਦਰਖਤਾਂ ਨਾਲ ਵੀ। ਇਹਨਾਂ ਕੋਲ ਆਪਣੀ ਬੋਲੀ ਆ, ਆਪਣਾ ਹੁਨਰ ਹੁੰਦਾ। ਜਿਸ ਤਰ੍ਹਾਂ ਮਹਾਂਪੁਰਖ ਬਾਬਾ ਦਰਸ਼ਨ ਸਿੰਘ ਜੀ ਹੈ, ਉਹ ਵੇਲੋ ਸੱਪ ਫੜੀ ਫਿਰਦੇ, ਮੋਰ ਉਹਨਾਂ ਦੇ ਮੋਢਿਆਂ ਤੇ ਬਹਿੰਦੇ, ਤੋਤੇ ਮੋਢਿਆਂ ਤੇ। ਕਿਉਂ? ਕਿਉਂਕਿ ਉਹ ਪਿਆਰ ਦੇ ਭੁੱਖੇ ਆ। ਤੁਸੀਂ ਮੋਰ ਨੂੰ ਆਪਣੇ ਮੋਢੇ ਤੇ ਬਿਠਾ ਕੇ ਵਿਖਾਓ, ਤੁਹਾਡੇ ਕੋਈ ਚਿੜੀਆਂ ਆਉਣਗੀਆਂ? ਤੁਹਾਡੇ ਤੋਂ ਡਰ ਹੁੰਦਾ ਜਾਨਵਰ। ਕਹਿੰਦੇ ਮਰ ਜਾਓ ਤੁਸੀਂ, ਵਿਹੜੇ 'ਚ ਰੁੱਖ ਹੀ ਨਹੀਂ ਕੋਈ ਛੱਡਿਆ। ਆਖੋ ਸਤ ਹੈ, ਪਾਪਾ ਸਪਰੇਆਂ ਤੇ ਪਾਪਾ ਜ਼ਹਿਰ ਤੇ ਸਾਡੇ ਕੱਚੇ ਘਰ ਨਹੀਂ ਛੱਡੇ ਤੁਸੀਂ। ਆਲਣਾ ਕਿੱਥੇ ਬਣਾਈਏ? ਤੁਹਾਡੇ ਘਰ 'ਚ ਕੱਖਾਂ ਦੀ ਕੁੱਲੀ। ਤੇ ਜਾਨਵਰਾਂ ਸਾਨੂੰ ਪਿਆਰ ਕੀ ਕਰਨਾ? ਉਹ ਕਹਿੰਦੇ ਸਾਡੇ ਤੇ ਸਾਹ ਸੋਗੇ, ਪੱਕਾ ਥਾਂ ਤੇ ਪਾਣੀ ਕਿੱਥੋਂ ਲੱਭੀਏ? ਉਹ ਮਹਾਂਪੁਰਖ ਪਿਆਰ ਕਰਦੇ ਆ, ਤਾਂ ਕਰਕੇ ਉਹਨਾਂ ਨੂੰ ਦੁੱਗਣਾ ਪਿਆਰ ਮਿਲਦਾ। ਵੀ ਉਹ ਚਿੜੀਆਂ, ਜਨੌਰ, ਜੀਵ ਜਿੰਨੇ ਉਹਨਾਂ ਦੀ ਗੋਦੀ 'ਚ ਵੜੇ ਫਿਰਦੇ, ਕੋਈ ਉਹਨਾਂ ਦੀ ਪੱਗ ਤੇ ਬੈਠਾ ਫਿਰਦਾ, ਹਰ ਕੋਈ ਭੁੱਖਾ ਪਿਆਰ ਦਾ ਹੀ ਹੈ। ਤੁਸੀਂ ਵੀ ਪਿਆਰ ਦੇ ਭੁੱਖੇ। ਗੁਰੂ ਅਰਜਨ ਸਾਹਿਬ ਕਿੰਨਾ ਪਿਆਰ ਕਰਦੇ, ਆਖੋ ਸਤਿਨਾਮ। ਤੋ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿੰਦੇ ਜੀ ਇੱਦਾਂ ਉਹ ਜੀਵ ਨੇ ਤਰਲਾ ਲਿਆ ਵੀ ਮੇਰੇ ਸਾੜ ਬੜਾ ਪੈਂਦਾ। ਉਹ ਕੁਝ ਸਮਾਂ ਚੁੱਪ ਰਹੇ ਤੇ ਉਹਨਾਂ ਕਿਹਾ, ਕਹਿੰਦੇ ਉਹਨੂੰ ਦੱਸਦੀ ਵੀ ਤੂੰ ਪਿਛਲੇ ਜਨਮ 'ਚ ਬਹੁਤ ਵੱਡਾ ਵਿਦਵਾਨ ਸੀ। ਵਿਦਵਾਨ, ਗ੍ਰੰਥ ਬਹੁਤ ਪੜ੍ਹੇ ਸੀ, ਵਿਦਿਆ ਬੜੀ ਸੀ ਤੇ ਮਾਇਆ ਬੜੀ ਕਮਾਈ ਵਿਦਿਆ ਨਾਲ। ਕਈਆਂ ਦਾ ਨਾਂ ਬਣ ਜਾਂਦਾ ਨਾ ਵਿਦਵਾਨਾਂ ਦਾ। ਉਹ ਫਿਰ ਇੱਕ ਪ੍ਰੋਗਰਾਮ ਦਾ 3 ਲੱਖ 4 ਲੱਖ ਰੁਪਈਆ ਵੀ ਲੈ ਲੈਂਦੇ ਘੰਟੇ ਦੀ ਕਥਾ ਕੀਰਤਨ ਦਾ, ਕਿਉਂਕਿ ਨਾਂ ਚੱਲ ਗਿਆ ਤੇ ਵਿਦਿਆ ਬੜੀ ਸੀ। ਹੁਣ ਜਿੱਦਾਂ ਗਿਆਨੀ ਪਿੰਦਰਪਾਲ ਜੀ, ਮਸਕੀਨ ਸਾਹਿਬ ਜੀ ਜਾਂ ਹੋਰ ਜਿਹੜੇ ਹੈ, ਇਹਨਾਂ ਨੂੰ ਕੋਈ ਸੱਦੇ ਤੇ ਉਹਨਾਂ ਜੋ ਕਹਿਤਾ ਉਹਨਾਂ ਦੇ ਦੇਣਾ, ਕਿਉਂਕਿ ਉਹਨਾਂ ਦਾ ਨਾਂ ਜੂ।
ਹੁਣ ਬਾਹਰਲੇ ਦੇਸ਼ਾਂ 'ਚ ਉਹਨਾਂ ਨੇ 2 ਦਿਨ ਆਸਟ੍ਰੇਲੀਆ ਜਾਣਾ, ਟਿਕਟ ਵੀ ਸੰਗਤ ਦੀ, ਤੇ ਉਹਨਾਂ ਉੱਕਾ ਪੁੱਕਾ ਕਹਿ ਦੇਣਾ ਵੀ ਆਹ ਸੇਵਾ ਕਰ ਦਿਓ। ਉਹ ਮਹਾਂਪੁਰਖ ਬਾਬਾ ਕਰਤਾਰ ਸਿੰਘ ਦੇ ਵਚਨ, ਉਹ ਕਹਿੰਦੇ ਵੀ ਇਹ ਪਿਛਲੇ ਜਨਮ 'ਚ ਬੜਾ ਵੱਡਾ ਗਿਆਨੀ ਸੀ, ਇਹਨੇ ਗ੍ਰੰਥ ਬਹੁਤ ਪੜ੍ਹੇ ਸੀ ਤੇ ਮਾਇਆ ਵੀ ਬੜੀ ਕਮਾਈ ਸੰਗਤਾਂ ਤੋਂ, ਪਰ ਕੀ ਕੀਤਾ ਵੀ ਦੋਵੇਂ ਕੰਮਾਂ ਤੋਂ ਰਹਿ ਗਿਆ। ਜਿਹੜੀ ਸੰਗਤ ਦੀ ਮਾਇਆ ਸੀ ਨਾ ਤੇ ਉਹਨੂੰ ਵੰਡਿਆ ਹੀ, ਤੇ ਜਿਹੜੀ ਵਿਦਿਆ ਸੀ ਰੱਬ ਦੀ ਨਾ ਆਖੋ ਸਤਨਾਮ। ਇਹ ਕੋੜ ਆ ਜਾਂਦਾ ਬੰਦੇ ਵਿੱਚ ਵੀ ਜਿੱਥੇ ਮੈਂ ਬੈਠਾ ਵਾਂ ਮੇਰੀ ਥਾਂ ਤੇ ਕੋਈ ਹੋਰ ਨਾ ਕਥਾਵਾਚਕ ਬਣੇ, ਆ ਜਾਂਦਾ। ਇਹ ਬਿਮਾਰੀ ਜਿਹੜੀ ਕਈਆਂ ਨੂੰ ਪੈ ਜਾਂਦੀ ਹੈ ਵੀ ਜੇ ਇਹ ਨਹੀਂ ਵੇਂਦੇ ਵੀ ਜੇ ਮਹਾਰਾਜ ਨੇ ਮੈਨੂੰ ਇੰਨਾ ਉੱਚਾ ਚੁੱਕਿਆ, ਮੈਂ ਕਿਸੇ ਨੂੰ ਇੱਥੇ ਭਾਵਾਂ ਮੈਨੂੰ ਰੱਬ ਕੀਤਾ ਹੋਰ ਉੱਚਾ ਬਿਠਾ ਦੇ, ਉਹ ਬਿਠਾ ਵੀ ਦਿੰਦਾ। ਪਰ ਉਹ ਕਹਿੰਦੇ ਇਹਦੇ ਮਨ 'ਚ ਖੋੜ ਸੀ, ਨਾ ਤੇ ਇਹਨੇ ਆਪਣਾ ਗਿਆਨ ਕਿਸੇ ਚੇਲੇ ਨੂੰ ਸਿਖਾਇਆ, ਨਾ ਕਿਸੇ ਨੂੰ ਗੁਣ ਹੀ ਦਿੱਤਾ, ਤੇ ਜਿਹੜੀ ਮਾਇਆ ਆਉਂਦੀ ਸੀ ਉਹਦੇ ਵਿੱਚੋਂ ਰੁਪਈਆ ਵੀ ਲੰਗਰ ਨਹੀਂ ਲਾਇਆ। ਇਸ ਕਰਕੇ ਉਹ ਦੋਵੇਂ ਚੀਜ਼ਾਂ ਨਾਲ ਹੀ ਲੈ ਕੇ ਮਰ ਗਿਆ, ਤੇ ਹੁਣ ਉਹਦੀ ਸਜ਼ਾ ਭੁਗਤਣ ਦਿਆ ਵੀ ਮਗਰਮੱਛ ਬਣ ਗਿਆ ਤੇ ਸਾੜ ਪੈਂਦਾ ਹੈ। ਵਾਹਿਗੁਰੂ 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 ਵਾਹਿਗੁਰੂ। ਜੈਸਾ ਬੀਜੇਗਾ ਵਡੇਗਾ ਮਨਾਵੇ, ਫਲ ਤੇਰੇ ਕਰਮ। ਜੈਸਾ ਵਡੇਗਾ ਮਨਾਵੇ ਰਿਆ, ਫਲ ਤੇਰੇ ਕਰਮਾਂ ਦਾ। ਜੈਸਾ ਬੀਜੇਗਾ ਵਡੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ। ਜੈਸਾ ਬੀਜੇਗਾ ਵਡੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਦਾ। ਜੈਸਾ ਬੀਜੇਗਾ ਵਡੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਦਾ। ਜੈਸਾ ਬੀਜੇਗਾ ਵਡੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਦਾ। ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ। ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ। ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ। ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ। ਬਾਬਾ ਫਰੀਦ ਸਾਹਿਬ ਇੱਟ ਸਰਾਣੇ ਹੋਏ ਸਗਣ ਕੀੜਾ ਲੜਿਓ ਮਾਸ। ਮਾਸ। ਇਹਦੇ ਮਾਸ 'ਚ ਕੀੜੇ ਪੈ ਜਾਣ। ਇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ। ਕਹਿੰਦੇ ਇੱਕ ਪਾਸਾ ਕਰਕੇ ਤੂੰ ਪੈ ਰਹਿਣਾ ਕਬਰ 'ਚ। ਹੁਣ ਤੇ ਆਪਾਂ ਰਾਤ ਨੂੰ 4-5 ਵਾਰੀ ਪਾਸਾ ਚੇਂਜ ਕਰੀਦਾ, ਉੱਠ ਪਈਦਾ, ਪਰ ਬਾਬਾ ਫਰੀਦ ਸਾਹਿਬ ਕਹਿੰਦੇ ਫਿਰ ਤੂੰ ਇੱਟ ਸਰਾਣਾ ਰੱਖ ਲੈਣੀ ਆ ਤੇ ਮਾਸ 'ਚ ਕੀੜੇ ਪੈ ਜਾਣੇ ਆ, ਤੇ ਤੂੰ ਪਾਸਾ ਨਹੀਂ ਬਦਲਣਾ। ਤੋ ਇੱਥੇ ਗੁਰੂ ਨਾਨਕ ਸਾਹਿਬ ਜੀ ਰਾਏ ਬੁਲਾਰ ਨੂੰ ਕਹਿੰਦੇ, ਬਾਪੂ ਤੂੰ ਤੇ ਸਭ ਕੁਝ ਜਾਣਦਾ ਵਾ ਤੇ ਮੈਨੂੰ ਕਾਹਤੋਂ ਫਸਾਉਣਾ ਹੈ? ਤੂੰ ਵਾਰ-ਵਾਰ ਗਵਾਹੀ ਪਾਈ ਜਾਣਾ ਬੀਬੀ ਭਾਪੇ ਦੇ ਮਗਰ ਲੱਗ ਕੇ। ਇਦਾਂ ਨਾ ਕਰ, ਇਹ ਔਖਾ ਕਰਨਾ ਦੁਨੀਆਦਾਰੀ ਨੇ। ਹੈ ਬੜੀ ਮਿੱਠੀ ਹੈ, ਮਿੱਠੀ ਜੇਲ੍ਹ ਹੈ। ਜਿੱਦਾਂ ਕਹਿੰਦੇ ਮੱਖੀ ਮਿੱਠਾ ਮਰਨਾ, ਬਾਣੀ ਦੇ ਬੋਲ ਹੈ। ਕਹਿੰਦੇ ਕੋਈ ਗੁੜ ਕੱਢਦਾ ਸੀ, ਗੁੜ, ਤੇ ਗੁਰੂ ਨਾਨਕ ਸਾਹਿਬ ਜੀ ਤੇ ਮਰਦਾਨਾ ਟੁਰੇ ਆਵਣ
ਗੁੜ ਨਿਕਲਿਆ ਗੜਗੜ ਕਰੇ। ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਗੁੜ ਕੀ ਕਹਿੰਦਾ ਹੋਏ। ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਤੇ ਲੱਗਦਾ ਵੀ ਇੱਦਾਂ ਹੀ ਕਹਿੰਦਾ ਵਾ ਵੀ ਛੇਤੀ ਛੇਤੀ ਮੈਨੂੰ ਛਕ ਲਓ। ਮਹਾਰਾਜ ਕਹਿੰਦੇ ਤੈਨੂੰ ਕੋਈ ਹੋਰ ਕੰਮ ਨਹੀਂ ਆਉਂਦਾ ਹੈ? ਕਹਿੰਦੇ ਮਹਾਰਾਜ ਤੁਸੀਂ ਉਹ ਪੁੱਛਿਆ ਵੀ ਗੁੜ ਕੀ ਕਹਿੰਦਾ, ਤੇ ਗੁੜ ਇਹੋ ਹੀ ਕਹਿੰਦੇ ਆ ਵੀ ਆ ਜਾਓ ਰੁਕ ਜਾਓ ਤੇ ਮੈਨੂੰ ਛੇਤੀ ਛੇਤੀ ਛਕ ਲਓ। ਇਹ ਮਹਾਰਾਜ ਸਾਹਿਬ ਕਹਿੰਦੇ ਚੱਲ ਤੈਨੂੰ ਛਕਾਉਣੇ ਵੀ ਆ ਤੇ ਸੁਣਾਉਣੇ ਵੀ ਆ। ਹਾਂਜੀ ਛਕਾਉਣੇ ਵੀ ਆ। ਕਹਿੰਦੇ ਪਹਿਲਾਂ ਸੁਣਨਾ ਕਿ ਪਹਿਲਾਂ ਛਕਣਾ? ਤੁਸੀਂ ਦੱਸੋ ਪਹਿਲਾਂ ਸੁਣਨਾ ਕਿ? ਔਰ ਆਪਣੀ ਫਿਤਰਤ ਹੁੰਦੀ ਹੈ ਪਹਿਲਾਂ ਲੰਗਰ ਪਾਣੀ ਨਾਲ ਲੇੜੋ, ਕਥਾ ਕੁਥਾ ਬਾਅਦ ਚ ਵੇਖਾਂਗੇ। ਆ ਕਈ ਵਿਆਹ ਸ਼ਾਦੀਆਂ ਦੇ ਬਾਹਰ ਲੱਗੇ ਹੁੰਦੇ ਪਨੀਰ ਵਾਲੇ ਪਕੌੜੇ ਤੇ ਪਲੇਟ ਭਰ ਕੇ ਪਹਿਲੋਂ ਰੱਜ ਲਿਆ ਤੇ ਮੁੜ ਕੇ ਅੰਦਰ ਕਿੱਥੇ ਬੈਠਾ ਜਾਣਾ। ਜਦੋਂ ਵੱਖੀਆਂ ਬਾਹਰ ਨਿਕਲ ਗਈਆਂ ਤੇ ਫਿਰ ਤੇ ਕੁਰਸੀ ਲੱਭੂ ਕਿਤੇ। ਜੇ ਭੁੱਖਾ ਤੇ ਆਓ ਫਿਰ ਭਾਵੇਂ ਝੌਂਕੜੀ ਝੱਟ ਵਾਜੇ, ਨੀਂਦ ਨੂੰਦ ਨਾ ਆਵੇ, ਕਥਾ ਕੀਰਤਨ ਜਦੋਂ ਰੱਜ ਲਿਆ ਰੋਟੀ ਪਾਣੀ ਨਾ ਫਿਰ ਕਹਿਣਗੇ ਵਾਹਿਗੁਰੂ ਅੰਦਰ ਚਲੋ ਕੀਰਤਨ। ਉਹ ਉਹਨਾਂ ਨੇ ਰੱਜ ਲਿਆ ਕੀਰਤਨ ਕਿਤੇ ਸੁਣਨਾ ਹੈ? ਉਹਨਾਂ ਨੂੰ ਤਾਂ ਹੁਣ ਭੁੱਖੀ ਚੜ੍ਹ ਗਈ, ਨੀਂਦ ਆਏ ਨਹੀਂ। ਤੇ ਮਾਰੇ ਕਿਹਨੇ ਮਰਦਾਨਿਆਂ ਪਹਿਲਾਂ ਛਕਣਾ ਕਿ ਸੁਣਨਾ? ਕਹਿੰਦੇ ਬਾਬਾ ਪਹਿਲਾਂ ਸੁਣਾ ਹੀ ਦੇ, ਜੇ ਮੈਂ ਛਕਣ ਲੱਗ ਪਿਆ ਮੇਰਾ ਧਿਆਨ ਤੇਰੇ ਸੁਣਨ ਵੱਲ ਰਹਿਣਾ, ਮੈਨੂੰ ਰਸ ਨਹੀਂ ਆਉਣਾ। ਤੂੰ ਪਹਿਲਾਂ ਮੈਨੂੰ ਸੁਣਾ ਦੇ ਫਿਰ ਬਾਅਦ 'ਚ ਫਰੀ ਹੋ ਕੇ ਛਕੂ ਚੰਗੀ ਤਰ੍ਹਾਂ, ਨਾਲੇ 4 ਕਿਲੋ ਨਾਲ ਵੀ ਖੜਾਂਗੇ। ਤੇ ਮਹਾਰਾਜ ਕਹਿੰਦੇ ਗੁੜ ਕੀ ਕਹਿੰਦਾ ਆਪਣੇ ਵਾਸਤੇ ਕਥਾ? ਕਹਿੰਦਾ ਮਹਾਰਾਜ ਗੁੜ ਕਹਿੰਦਾ ਮੈਨੂੰ ਛਕ ਲਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਇਹ ਤੇ ਤਰਲੇ ਲੈਣ ਦਿਆ ਗੁਰੂ ਨਾਨਕ ਸਾਹਿਬ ਜੀ ਮੈਨੂੰ ਬਚਾ ਲਓ। ਇਹਨੇ ਮਾਰੇ ਬਚਾ ਲਓ ਮਤਲਬ ਕਹਿੰਦੇ ਫਸ ਗਿਆ ਹੈ। ਇਹਨੇ ਮਾਣ ਕੀਤਾ ਆਪਣੇ ਆਪ ਤੇ। ਕਹਿੰਦੇ ਮਾਰੇ ਕਾਤੇ? ਕਹਿੰਦੇ ਮਿੱਠਾ ਹੋਣ ਤੇ। ਫਿਰ ਮਾਰੇ ਨੇ ਸ਼ਬਦ ਉਚਾਰਿਆ, ਕਹਿੰਦੇ ਵੇਖ ਜੇ ਮਿੱਠਾ ਕੱਟਿਆ। ਕਹਿੰਦੇ ਗੰਨੇ ਤੇ ਰੂਪ ਬੜਾ ਸੀ, ਉੱਚਾ ਲੰਮਾ ਸੁਨੱਖਾ ਰਸ ਨਾਲ ਭਰਿਆ। ਪੈ ਗਈ ਨਿਗਾਹ ਕਿਸੇ ਦੀ, ਲੈ ਕੇ ਦਾਤਰ ਫਿਰ ਉਹਨੇ ਵੱਢ ਲਿਆ। ਜਦੋਂ ਆਪਾਂ ਵੀ ਚਮਕਾਂਗੇ ਨਾ ਲਿਸ਼ਕਾਂਗੇ ਤੇ ਸਮਝ ਲਓ ਗਏ। ਬਾਪੂ ਜੀ ਇੱਥੇ ਬੈਠੇ ਹੋਣੇ, ਕੱਲ ਬਚਨ ਸੁਣਾਉਣ, ਕਹਿੰਦੇ ਸਾਦੇ ਕੱਪੜੇ ਪਾਓਗੇ ਤੇ ਰਾਮ ਚੇਤੇ ਆਊਗਾ, ਭੀੜੇ ਕੱਪੜੇ ਪਾਓਗੇ ਤੇ ਕਾਮ ਚੇਤੇ ਆਊਗਾ। ਸੱਚਾਈ ਹੈ ਇਸ ਗੱਲ 'ਚ। ਸਮੇਂ ਦਾ ਕਸੂਰ ਨਹੀਂ ਹੈ, ਸਮਾਂ ਉਹੋ ਹੀ ਹੈ, ਕਸੂਰ ਸਾਡਾ ਵਾ। ਅਸੀਂ ਕਹਿੰਦੇ ਜੀ ਸਮਾਂ ਬਦਲ ਗਿਆ। ਸਮਾਂ ਕਦੋਂ ਬਦਲਿਆ? ਸੂਰਜ ਉਹੋ ਹੀ ਹੈ, ਧਰਤੀ ਵੀ ਉਹੋ ਹੀ ਹੈ, ਆਕਾਸ਼ ਵੀ ਉਹੋ ਹੀ ਹੈ। ਆਪਾਂ ਬਦਲੇ, ਆਪਾਂ ਬਹੁਤ ਚੇਂਜ ਹੋ ਗਏ। ਸਾਡੇ ਦਾਦਿਆਂ ਬਾਬਿਆਂ ਤੋਂ ਜ਼ਮੀਨ ਸਮਾਨ ਦਾ ਫਰਕ ਪੈ ਗਿਆ ਸਾਡੇ ਪਹਿਰਾਵੇ 'ਚ। ਉਹ ਕਹਿੰਦੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਮਾਣ ਕੀਤਾ ਤੇ ਫਿਰ ਅਗਲੇ ਨੇ ਦਾਤਰ ਲਿਆ ਤੇ ਲੱਤਾਂ ਛਾਂਗਦੀਆਂ। ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ ਦੇਣ ਸੋ ਮੱਲ, ਰਸ ਕਸ ਟਟਰ ਪਾਈਐ, ਤਪੈ ਤੈ ਵਿਲ ਲਾਏ, ਭੀ ਸੋ ਫੋਗ ਸੰਭਾਲੀਐ, ਦਿਚੈ ਅੱਗ ਜਲਾਏ, ਨਾਨਕ ਮਿੱਠੈ ਪਤਰਿਆ। ਵੇਖੋ ਲੋਕਾਂ ਆਏ। ਕਹਿੰਦੇ ਬਾਬਾ ਇਹਦੇ ਅਰਥ ਕੀ ਕਾਲੀ 'ਚ ਪੜ ਗਿਆ? ਮਹਾਰਾਜ ਕਹਿੰਦੇ ਮਿੱਠੇ ਨੂੰ ਕੱਟਿਆ, ਫਿਰ ਇਹਦੇ ਟੋਟੇ ਕੀਤੇ, ਫਿਰ ਇਹਨੂੰ ਗੱਠ ਬੱਧੀ ਤੇ ਫਿਰ ਖੁੰਡਾ ਅੰਦਰ ਰੱਖ ਕੇ ਉਹ 2 ਪੁੜ ਜਿਨ੍ਹਾਂ ਦੇ ਵਿੱਚ ਦੀ ਦੇਣ ਸੋ ਮੱਲ ਸਜਾਏ। ਫਿਰ ਅਗਲਿਆਂ ਫੜ ਕੇ ਜਦੋਂ ਵਿੱਚ ਨੰਗਾਇਆ, ਰਸ ਕਸ ਟਟਰ ਪਾਈ ਹੈ ਤੇ ਇਹਦੀ ਜਾਨ ਨਿਕਲ ਗਈ। ਜਿੰਨਾ ਇਹਦੇ ਵਿੱਚ ਰਸ ਸੀ ਸਾਰਾ ਥੱਲੇ ਆ ਗਿਆ ਤੇ ਜਿਹੜਾ ਸਰੀਰ ਸੀ ਬਾਹਰ ਡਿੱਗ। ਤੇ ਕਹਿੰਦੇ ਫਿਰ ਅਗਲਿਆਂ ਨੇ ਬਖਸ਼ਿਆ ਨਹੀਂ ਸਰੀਰ ਨੂੰ, ਜਿਹੜਾ ਰਸ ਸੀ ਉਹਨੂੰ ਕੜਾਏ 'ਚ ਪਾਤਾ। ਰਸ ਕਸ ਟਟਰ ਪਾਈ ਹੈ, ਤਪੈ ਤੈ ਵਿਲ ਲਾਏ। ਫਿਰ ਜਦੋਂ ਥੱਲੇ ਅੱਗ ਬਲੀ ਨਾ, ਚੀਕਾਂ ਨਿਕਲ ਗਈਆਂ ਦੀਆਂ। ਫਿਰ ਉਬਲ ਉਬਲ ਕੇ ਕਹਿੰਦਾ ਹਾਏ ਓਏ ਹਾਏ ਓਏ ਹਾਏ। ਫਿਰ ਮਾਰੇ ਕਹਿੰਦੇ ਭੀ ਸੋ ਫੋਗ, ਗੁੜ ਕੱਢਦੇ ਨਾ ਤੁਸੀਂ, ਫੋਗ ਕਿਹਾ ਇਹਦੀ ਛਿੱਲ ਨੂੰ, ਜਿਹਨੂੰ ਆਪਾਂ ਕੀ ਕਹਿੰਦੇ ਖੋਰੀ। ਕਹਿੰਦੇ ਇੱਥੇ ਬਸ ਨਹੀਂ, ਮੇਰੀ ਰੂਹ ਤੇ ਤੜਫਦੀ ਸੀ, ਮੇਰੇ ਸਰੀਰ ਨੂੰ ਅਗਲਿਆਂ ਨੇ ਚੁੱਕ ਕੇ ਅੱਗ 'ਚ ਸੁੱਟਤਾ। ਹੁਣ ਆਪਣੀ ਰੂਹ ਨੇ ਅੱਗੇ ਚੱਲ ਜਾਣਾ ਨਾ, ਤੇ ਸਰੀਰ ਨੇ ਕਬਰਾਂ 'ਚ ਉੱਥੇ ਅੱਗ 'ਚ ਲਾ ਦੇਣਾ, ਸੰਸਕਾਰ ਕਰ ਦੇਣਾ ਇਹਨੂੰ, ਬੋਡੀ ਨੂੰ। ਬਾਣੀ ਦੀ ਅਰਥ ਕਹਿੰਦੇ ਰਸ ਕਸ ਟਟਰ ਪਾਈ ਹੈ, ਤਪੈ ਤੈ, ਰਸ ਪੈ ਗਿਆ ਕੜਾਏ 'ਚ। ਹੁਣ ਆਪਣੀ ਆਤਮਾ ਨੇ ਕੜਾਏ 'ਚ ਪੈ ਜਾਣਾ ਅੱਗੇ ਜਾ ਕੇ ਜੂਨਾਂ 'ਚ। ਤੇ ਜਿਹੜਾ ਉਹਦਾ ਸਰੀਰ ਸੀ ਨਾ ਗੰਨੇ ਦਾ, ਜਿਹਨੂੰ ਆਪਾਂ ਖੋਰੀ ਕਹਿੰਦੇ, ਉਹ ਖਾਲੀ ਹੋਇਆ। ਕਹਿੰਦੇ ਉਹਨੂੰ ਵੀ ਨਹੀਂ ਛੱਡਿਆ,
ਦੀਜੈ ਅੱਗ ਚੁੱਕ ਕੇ ਅਗਲਿਆਂ ਫੜ ਕੇ ਪੰਡ ਦੇ ਵਿੱਚ ਪਾਤਾ ਚੁੱਲ੍ਹੇ ਦੇ। ਰਸ ਕਸ ਟਟਰ ਪਾਈਐ ਤਪੈ ਤੈਵਲ ਲਾਏ ਭੀ ਸੋ ਫੋਗ ਸੰਭਾਲੀਐ ਦਿਚੈ ਅੱਗ ਨਾਨਕ ਮਿੱਠੈ ਪਤਰਿਆ। ਵੇਖੋ ਲੋਕਾਂ ਆਏ, ਕਹਿੰਦੇ ਹੁਣੇ ਕੜਾਇਆ ਆਵਾਜ਼ਾਂ ਮਾਰ ਕੇ ਕਹਿੰਦਾ ਲੋਕੋ ਆ ਕੇ ਮੇਰੇ ਵੱਲ ਵੇਖੋ, ਮੈਂ ਵੀ ਤੁਹਾਡੇ ਵਾਂਗੂ ਕਿਤੇ ਮਾਣ ਕੀਤਾ ਸੀ, ਅੱਜ ਵੇਖੋ ਹਾਲਤ ਕੀ ਹੋਣ ਗਈ। ਇਹ ਗੁਰਬਾਣੀ ਜਦੋਂ ਅਰਥ ਹੁੰਦੇ ਤੇ ਕਪਾਟ ਖੁੱਲ ਜਾਂਦੇ। ਇਹ ਹੁਣ ਪਿਆਰ ਤੁਸੀਂ ਬੈਠੇ ਆ ਤੇ ਆਨੰਦ ਮਾਣਨ ਦਾ, ਨਹੀਂ ਤੇ ਮੇਰੇ ਖਿਆਲ ਇਹ ਪੰਗਤੀਆਂ ਗੁਰੂ ਗ੍ਰੰਥ ਸਾਹਿਬ ਜਦੋਂ ਅਖੰਡ ਪਾਠ ਆਰੰਭ ਕਰਾਉਣੇ ਕਈ ਵਾਰੀ ਆਉਂਦੀਆਂ, ਪਰ ਉਦੋਂ ਆਪਾਂ ਕੋਲੇ ਨਹੀਂ ਹੁੰਦੇ, ਆਪਾਂ ਆਰੰਭ ਕਰਾ ਕੇ ਘਰੇ ਚੱਲ ਜਾਈਦਾ। ਫਿਰ ਆਉਣਗੇ ਭੋਗ ਤੇ, ਬਾਬਾ ਜੀ ਕਿੰਨੇ ਵਜੇ ਭੋਗ ਪੈਣਾ? ਤਿਆਰ ਹੀ ਆ ਕਿ ਆਪੋ ਸਤਨਾਮ ਸ੍ਰੀ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨ ਨੂੰ ਜੀ ਕਰਦਾ, ਕਰੀ ਜਾਈਏ। ਮਾਰੇ ਕਹਿੰਦੇ ਬਾਪੂ ਆਪ ਕਹਿੰਦਾ ਮੁਕਤੀ ਦੇ ਦਿਓ ਤੇ ਸਾਨੂੰ ਫਸਾਉਣ ਨੂੰ ਫਿਰਦਾ, ਸਾਨੂੰ ਫਸਾਉਣ ਨੂੰ ਫਿਰਦਾ। ਜਿੱਦਾਂ ਸਾਕੀ ਨੇ ਵੀ ਕਿਸੇ ਨੇ ਖਜ਼ਾਨਾ ਲੱਭਣ ਲਈ ਉਹਦੇ ਪਹਿਲਾਂ ਇੱਕ ਖੜੋਤਾ ਸੀ ਤੇ ਉਹ ਕਹਿੰਦਾ ਇਹ ਕੀ? ਕਹਿੰਦਾ 2 ਮਿੰਟ ਉਰੇ ਆਈ, ਆ ਹੱਥ ਲਾਈ, ਚੁੱਕੀ ਮੈਂ ਤੈਨੂੰ ਦੱਸਦਾ ਵਾਂ। ਜਦੋਂ ਉਹਨੇ ਚੁੱਕ ਲਿਆ ਤੇ ਕਹਿੰਦਾ ਮੈਂ ਚੱਲਿਆ ਹੁਣ। ਕਹਿੰਦਾ ਮੈਂ ਵੀ ਤੇਰੇ ਵਾਂਗ ਲੱਭਣ ਹੀ ਆਇਆ, ਜਿਹੜਾ ਲੱਭਣ ਆਉਂਦਾ ਉਹਨੂੰ ਚੁਕਾ ਦਈਦਾ। ਮਹਾਰਾਜ ਕਹਿੰਦੇ ਉਹ ਬਾਤ ਹੈ, ਹਰ ਬੰਦਾ ਆਪ ਨਿਕਲਣਾ ਚਾਹੁੰਦਾ ਤੇ ਦੂਜੇ ਨੂੰ ਹੋਣਾ। ਮਹਾਰਾਜ ਕਹਿੰਦੇ ਬਾਪੂ ਆਪ ਨਿਕਲ ਨੂੰ ਫਿਰਦਾ ਤੇ ਮੈਨੂੰ ਚਰਨਾਂ ਤੋਂ ਦੂਰ ਨਾ ਕਰਿਓ, ਤੇ ਸਾਨੂੰ ਕਹਿੰਦਾ ਇੱਧਰ ਖੇਤੀ ਕਰੋ, ਦੁਕਾਨਾਂ ਚਲਾਓ। ਨਾ ਅਸੀਂ ਨਹੀਂ ਚਲਾਉਣੀਆਂ। ਮੈਂ ਤਾਂ ਕਹਿੰਦਾ ਨਾ ਤੁਹਾਡੇ ਵਿੱਚੋਂ ਜਿਹੜੀਆਂ ਭੈਣਾਂ ਵੀਰ ਜਿਨ੍ਹਾਂ ਦੇ ਬੱਚੇ ਪੜ੍ਹ ਲਿਖ ਕੇ ਸੈੱਟ ਹੋ ਗਏ, ਲੱਖ ਲੱਖ ਸ਼ੁਕਰ ਕਰਿਆ ਕਰੋ। ਤੁਹਾਡੇ ਬੱਚਿਆਂ ਨੇ ਆਖਿਆ ਜਾਓ ਬੇਬੇ, ਨਿੱਕੇ ਹੁੰਦਿਆਂ ਤੁਸੀਂ ਸਾਨੂੰ ਖਪਾਉਂਦੇ ਖਪਦੇ ਸਾਂ ਸਾਡੇ ਲਈ, ਅੱਜ ਅਸੀਂ ਕਮਾਈ ਕਰਦੇ, ਜਾਓ ਜਾ ਕੇ ਲਾਹਾ ਲੈ ਲਓ। ਸ਼ੁਕਰ ਕਰਿਆ ਕਰੋ ਤੁਸੀਂ ਵੀ ਤੁਹਾਡੇ ਬੱਚੇ ਸੋਹਣੀ ਜੋਬ ਤੇ ਆ, ਤੁਹਾਡੀ ਰੋਟੀ ਸੋਹਣੀ, ਤੁਹਾਨੂੰ ਉਹਨਾਂ ਮੌਕਾ ਦਿੱਤਾ ਵੀ ਜਾਓ ਲਾਹਾ ਲੈ ਲਓ। ਤੇ ਜੇ ਅਜੇ ਵੀ ਘਰੇ TV ਵੇਖਣਾ, ਬਾਜ਼ਾਰਾਂ 'ਚ ਫਿਰਨਾ, ਫਿਰ ਤੁਹਾਡੀ ਮਰਜ਼ੀ। ਗੁਰਮੁਖ ਲਾਹਾ ਲੈ ਗਏ। ਤੇ ਮਹਾਰਾਜ ਕਹਿੰਦੇ ਜਦੋਂ ਅੰਤ ਸਮਾਂ ਆਉਂਦਾ ਨੰਗੇ ਪੈਰੀਂ ਚਲੇ ਜਾਂਦੇ ਹਨ। ਜੋ ਕਛ ਸਾਜ ਸਮਾਜ ਹੁਤੋ ਸਭ ਸ਼ੋਰ ਗਏ ਨੈ ਪਾਰ ਬਸਾਏ। ਮਹਾਰਾਜ ਕਹਿੰਦੇ ਬਾਪੂ ਜਦੋਂ ਅੰਤ ਆਉਂਦਾ ਏ, ਜਿੰਨਾ ਵੀ ਖੱਟਿਆ ਕਮਾਇਆ ਧਰਿਆ ਧਰਾਇਆ ਰਹਿ ਜਾਂਦਾ। ਊੜ ਪਸਾਰ ਕਰਤਾਰ ਚਿਉ ਕਰਤਾਰ ਨੈ ਤਾਨਕ ਨਾਥ ਦਈ ਮਾਇਆ। ਬਾਦਸ਼ਾਹ ਕਹਿੰਦੇ ਬਾਪੂ ਇਹ ਜਿਹੜਾ ਸੰਸਾਰ ਹੈ ਨਾ, ਇਹ ਕਰਤਾਰ ਨੇ ਰਚਿਆ। ਸਾਰਾ ਸੰਸਾਰ ਰਚ ਕੇ ਤੇ ਕੀ ਕੀਤਾ? ਨੈ ਤਾਨਕ ਨਾਥ ਦਈ ਇਹ ਮਾਇਆ। ਕਹਿੰਦੇ ਸਾਰੀ ਚੀਜ਼ਾਂ ਨੂੰ ਤਿਆਰ ਕਰਕੇ ਨਾ, ਜਦੋਂ ਚੀਜ਼ ਤਿਆਰ ਹੋ ਜੇ ਤੇ ਉੱਤੇ ਕੀ ਪਾਉਣੇ ਨੇ ਆਪਾਂ? ਕੱਪੜਾ। ਮੰਨ ਲਓ ਪ੍ਰਸ਼ਾਦੇ ਲੈ ਗਏ, ਜਲੇਬੀਆਂ ਨਿਕਲੀਆਂ ਤੇ ਉਹਨਾਂ ਨੂੰ ਕਾਹਦੇ ਨਾਲ ਢੱਕੀ ਦਾ? ਤੇ ਮਹਾਰਾਜ ਸਾਹਿਬ ਜੀ ਕਹਿੰਦੇ ਬਾਪੂ ਇਹ ਸਾਰੀ ਸ੍ਰਿਸ਼ਟੀ 'ਚ ਪਦਾਰਥ ਪੈਦਾ ਕਰਕੇ ਤੇ ਰੱਬ ਨੇ ਕੀ ਕੀਤਾ? ਫਿਰ ਮਾਇਆ ਰੂਪੀ ਕੰਬਲੀ ਉੱਤੇ ਪਾ ਦਿੱਤੀ। ਜਾਣੀ ਆ ਸਾਰੇ ਜੀਵ ਜਿੰਨੇ ਆਪਾਂ ਵਾ 1,84,000 ਆ, ਸਾਰਿਆਂ ਦੇ ਉੱਤੇ ਕਾਹਦੀ ਕੰਬਲੀ ਆ? ਮਾਇਆ ਦੀ। ਤੇ ਤੁਸੀਂ ਉਹ ਜੇ ਜਿਹੜੇ ਕੰਬਲੀ ਪਾੜ ਕੇ ਤੇ ਵਿੱਚ ਦੀ ਨਿਕਲ ਕੇ ਆ ਗਏ। ਆ ਨਿੱਕੇ ਨਿੱਕੇ ਜੀਵ ਜੰਤੂ ਹੈ, ਚੋਗਾ ਲਿਆਉਂਦੇ ਹੈ, ਬੱਚਿਆਂ ਦੇ ਮੂੰਹ 'ਚ ਪਾਉਂਦੇ ਹੈ। ਮੈਂ ਇਹਨਾਂ ਕੋਠੇ 'ਤੇ ਵੇਖਿਆ ਵੀ ਘੱਟੋ ਘੱਟ 45-50 ਡਿਗਰੀ ਤਾਪਮਾਨ, ਧੁੱਪੇ ਪੈਰ ਰੱਖੀਏ ਚੀਕ ਨਿਕਲਦੀ। ਤੇ ਇੱਕ ਟਟਿਓਲੀ ਜਿਹਨੂੰ ਟਹਿਰੀ ਕਹਿੰਦੇ ਆਪਾਂ, ਉਹ ਛੱਤ ਦੇ ਉੱਤੇ 4 ਆਂਡੇ। ਤੇ ਮੈਂ ਕੋਲ ਖੜੋ ਕੇ ਚੀਜ਼ ਵੇਖੀ, ਮੈਂ ਰੁੱਖ ਥੱਲੇ ਖੜੋ ਗਿਆ। ਸਾਰੀ ਦੁਪਹਿਰ 6-7 ਘੰਟੇ ਉਹਨਾਂ ਦੇ ਉੱਤੇ ਇੱਦਾਂ ਖੰਭ ਰੱਖ ਕੇ ਬੈਠੀ ਰਹੀ। ਆਖੋ ਸਤਿਨਾਮ। ਬੰਦਾ ਧੁੱਪੇ ਖੜੋ ਜੇ ਤੇ ਅੱਧੇ ਪੌਣੇ ਘੰਟੇ 'ਚ ਦੰਦਲ ਪੈ ਜੂ। ਇੰਨਾ ਤੇਜ਼ ਫਰਸ਼ ਸੀ ਤਪਦਾ ਤੇ ਸੂਰਜ ਸਿਖਰ ਤੇ। AC 'ਚ ਵੀ ਦਿਲ ਨੂੰ ਕੁਝ ਹੁੰਦਾ ਏ, ਪਰ ਉਹ ਆਂਡਿਆਂ ਦੇ ਉੱਤੇ ਸਾਰੀ ਧੁੱਪ ਬੈਠੀ ਰਹਿੰਦੀ ਆ। ਇਹਨੂੰ ਕੀ ਕਹਾਂਗੇ? ਮਾਇਆ। ਇਹ ਤਾਈਓ ਮਹਾਰਾਜ ਕਹਿੰਦੇ ਪਾਠ ਕਰਿਆ ਕਰ, ਗੁਰੂ ਘਰ ਆਇਆ ਕਰ, ਨਹੀਂ ਤੇ ਜਿੱਦਾਂ ਬੱਚਿਆਂ ਨੂੰ ਆਪਾਂ ਮੋਹ ਕਰਦੇ ਆ ਨਾ, ਉੱਦਾਂ ਦੀ ਜੂਨ ਮਿਲ ਜਾਂਦੀ। ਉਹ ਫਿਰ ਮੋਹ ਜਿਹੜਾ ਸਤਾਉਂਦਾ ਹੀ ਆ, ਰਵਾਉਂਦਾ ਹੀ ਆ ਮੋਹ। ਹੁਣ ਆਂਡੇ ਡਿੱਗ ਪੈਂਦੇ ਆ ਪੰਛੀਆਂ ਦੇ, ਉਹ ਕਿੱਦਾਂ ਰੋਂਦੇ, ਚੀਕਾਂ ਮਾਰਦੇ। ਇੱਦਾਂ ਹੀ ਆਪਾਂ ਜੇ ਘਾਟਾ ਪੈ ਗਿਆ ਤੇ ਆਪਾਂ ਵੀ ਰੋਈਦਾ ਹੀ ਆ।
ਇਸ ਜੰਜਾਲ ਚੋਂ ਕੱਢਣ ਵਾਸਤੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਤੇ ਇਤਿਹਾਸ ਸਾਨੂੰ ਬਖਸ਼ਿਆ। ਮਹਾਰਾਜ ਨੇ ਆਖਿਆ ਮੇਰੇ ਮਾਧੋ ਜੀ, ਹਾਂ ਨਹੀਂ ਤੇ ਮੁੜ ਕੇ ਦੁਖੀ ਹੋਵਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਬਾਪੂ ਰਾਏ ਬੁਲਾਰ ਸੰਸਾਰ ਦੇ ਪਦਾਰਥ ਪੈਦਾ ਕਰਕੇ ਉਤੇ ਮਾਇਆ ਰੂਪੀ ਕਨਾਤ ਪਾ ਦਿੱਤੀ। ਰੰਗ ਅਨੇਕਨ ਕੀ ਜੋ ਬਨੀ ਜਨ ਮਾਨਵ ਕੋ ਨਿਜ ਗਿਆਨ ਭੁਲਾਇਆ। ਤੇ ਕਹਿੰਦੇ ਅਨੇਕਾਂ ਰੰਗਾਂ ਦੀ ਦੁਨੀਆ ਬਣਾਤੀ ਹੈ। ਆਖੋ ਵਾਹਿਗੁਰੂ। ਚਿਲਮਿਲ ਚਿਲਮਿਲ ਹੀ ਹੋ ਰਹੀ ਆ। ਮਹਾਰਾਜ ਕਹਿੰਦੇ ਬਾਪੂ ਪਹਿਲਾਂ ਪਦਾਰਥ ਬਣਾਏ, ਫਿਰ ਉੱਤੇ ਮਾਇਆ ਦੀ ਕਨਾਤ ਪਾਈ ਤੇ ਫਿਰ ਉਹਨਾਂ ਨੂੰ ਰੰਗ ਚਾੜਿਆ। ਤੇ ਇਹਨਾਂ ਰੰਗਾਂ ਦੇ ਮਗਰ ਕਹਿੰਦੇ ਸਾਰੀ ਦੁਨੀਆ ਭੱਜੀ ਫਿਰਦੀ ਹੈ। ਪਿਆਰ ਪਦਾਰਥ ਕੂਰ ਸਵਾਰਥ ਬੀਜ ਫਸੇ ਜਨ ਸਭ ਬੈਸ ਬਿਹਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਪੂ ਇਹ ਪਦਾਰਥ ਬੜੇ ਪਿਆਰੇ ਲੱਗਦੇ ਪਰ ਕੂੜੇ ਐ। ਸਾਰੀ ਦੁਨੀਆ ਇਹਨਾਂ ਦੇ ਵਿੱਚ ਬੋਲੋ ਫਸ ਗਈ। ਜਿੱਦਾਂ ਚੋਗਾ ਪਾ ਕੇ ਨਾ ਟੋਕਰੇ ਥੱਲੇ ਤੀਲਾ ਲਾ ਕੇ ਆਪਾਂ ਨਿੱਕੇ ਹੁੰਦੇ ਪੰਛੀ ਫੜਦੇ ਸੀ, ਇਹ ਆਪ ਦੂਰ ਬਹਿ ਜਾਣਾ ਰੱਸੀ ਲਾ ਕੇ, ਤੇ ਜਦੋਂ ਉਹਨੇ ਥੱਲੇ ਜਾਣਾ ਤੇ ਖਿੱਚ ਲੈਣੀ। ਜਾਂ ਚੂਹਾ ਜੀ, ਚੂਹੇ ਫੜ ਰਹੇ, ਬਹੁਤ ਚੂਹੇ ਮਾਰੇ ਮੈਂ ਤੇ। ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਲੇ। ਨਿੱਕੇ ਹੁੰਦੇ ਸਨ, ਸਮਝ ਨਹੀਂ ਆਉਂਦੀ, ਰੂਹ ਕੰਬਦੀ ਹੈ। ਉਦੋਂ ਸਮਝ ਕੋਨੀ ਸੀ, ਉਦੋਂ ਕੱਚੇ ਘਰ ਹੁੰਦੇ ਸਨ ਤੇ ਕੜਿੱਕੀ ਲਾ ਦੇਣੀ ਤੇ ਕਈ ਵਾਰੀ 2-2 3-3 ਫਸਣੇ ਤੇ ਫਿਰ ਉਹਨਾਂ ਨੂੰ ਮਾਰਨਾ ਪਤਾ ਕਿੱਦਾਂ, ਡੋਬ ਡੋਬ ਕੇ। ਤੇ ਜਿਵੇਂ ਹੁਣ ਬਾਣੀ ਪੜ੍ਹੀ ਦੀ ਇੱਦਾਂ ਤੇ ਆਖੀ ਦਾ ਮਾਰਾ ਕਿਤੇ ਬਖਸ਼ ਲਈ, ਕਿਰਪਾ ਕਰੀ। ਉਹਨੂੰ ਕੜਿੱਕੀ ਨੂੰ ਬਾਲਟੀ ਪਾਣੀ ਦੀ ਚ ਐ ਪਾ ਦੇਣਾ ਤੇ ਉਹਨੇ ਵਿੱਚ ਤੜਫਣਾ, ਅਸਕਰ ਸਾਹ ਘੁੱਟਣਾ, ਬੜੇ ਮਾਰੇ। ਤੇ ਫਿਰ ਹੁਣ ਜਦੋਂ ਧਾਰਨਾ ਪੜ੍ਹੀ ਦੀ ਸਭਨਾ ਜੀਆਂ ਕਾਇ, ਫਿਰ ਚੇਤਾ ਆਉਂਦਾ ਵੀ ਮਾਰੇ ਬਖਸ਼ ਲਈ ਪਿਛਲੇ ਔਗਣ। ਸੱਚਾਈ ਹੈ ਨਾ, ਬਖਸ਼ ਲਈ। ਬਹੁਤ ਭਾਵ ਕੀਤੇ ਨਹੀਂ ਸਮਝ। ਤੁਮਾਰੇ ਕਹਿੰਦੇ ਬੇਸਮਝੀ ਵਾਲੇ ਮਾਫ ਹੋ ਜਾਂਦੇ, ਸਮਝ ਚ ਕਰੇ ਉਹ ਨਹੀਂ ਹੋਣੇ, ਉਹ ਚੱਲ ਜਾਣਾ। ਹੁਣ ਜੇ ਕੀਤੇ ਨਾ ਭੁੱਲ ਜਾ, ਹੁਣ ਨਹੀਂ ਮਾਫ ਹੋਣੇ। ਤੋ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਕੀ ਕਹਿੰਦੇ ਆ, ਕਹਿੰਦੇ ਵੀ ਸਾਰੇ ਜੀਵ ਫਸ ਗਏ ਆ, ਤੇ ਜਦੋਂ ਫਸ ਗਏ ਤੇ ਫਿਰ ਉਹਦੇ ਵਿੱਚੋਂ ਨਿਕਲਣਾ ਔਖਾ ਹੀ ਆ। ਹੁਣ ਸਾਰੇ ਲੋਕਾਂ, ਸਾਰੀ ਸ੍ਰਿਸ਼ਟੀ ਨੂੰ ਕੰਮਾਂ ਧੰਦਿਆਂ, ਮਾਇਆ, ਰਿਸ਼ਤੇਦਾਰੀਆਂ, ਇਹਨਾਂ ਚੀਜ਼ਾਂ 'ਚ ਰੱਬ ਨੇ ਕੜਿੱਕੀ 'ਚ ਫਸਾਤਾ ਵਾ। ਇਹ ਤੇ ਸ਼ੁਕਰ ਕਰੋ ਵੀ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕੀਤੀ, ਹੌਲੀ ਜੀ ਮੂੰਹ ਖੁੱਲ ਗਿਆ ਤੇ ਆਪਾਂ ਵਿੱਚੋਂ ਨਿਕਲ ਆਏ ਆ। ਸਹੀ ਗੱਲ ਹੈ, ਮਹਾਰਾਜ ਦੀ ਕਿਰਪਾ ਤੋਂ ਬਿਨਾਂ ਨਹੀਂ ਨਿਕਲਿਆ ਜਾਂਦਾ। ਕਈ ਵਾਰੀ ਜੀਵ ਫਸ ਜਾਂਦਾ ਤੇ ਕੋਈ ਇੱਕ ਅੱਧਾ ਬੱਚਾ ਇੱਦਾਂ ਦਾ ਹੁੰਦਾ, ਉਹ ਜਾ ਕੇ ਖੋਲ ਦਿੰਦਾ, ਉਹ ਨਿਕਲ ਜਾਂਦਾ। ਦੂਜਾ ਝਿੜਕਾਂ ਵੀ ਮਾਰਦਾ ਵੀ ਫੜਿਆ ਫੜਿਆ ਗਵਾਦਾ ਹੀ। ਇਹ ਡਿਊਟੀਆਂ ਸੰਤਾਂ ਮਹਾਂਪੁਰਖਾਂ ਦੀਆਂ ਲੱਗੀਆਂ ਵਾ ਫਸਿਆਂ ਨੂੰ ਕੱਢਣ ਵਾਸਤੇ। ਆਦ ਸਰੂਪ ਅਨਾਦ ਲਕਿਓ ਨ ਤੌਲਕ ਹੀ ਜੇ ਕਰੇ ਅਰਦਾਇਆ। ਔਰ ਕਹਿੰਦੇ ਹਨ ਕਿ ਇਹ ਸਰੂਪ ਤੇ ਅਨਾਦ ਪੁਰਖ ਜਿਹੜਾ ਉਹਨੂੰ ਕੋਈ ਜਾਣ ਨਹੀਂ ਰਿਹਾ। ਸਾਰੇ ਇਸ ਪਿੰਜਰੇ ਵਿੱਚ ਫਸ ਗਏ ਮਾਇਆ ਦੀ ਕਨਾਤ ਥੱਲੇ, ਤੇ ਨਿਕਲਿਆ ਜਾਂਦਾ ਨਹੀਂ। ਪਦਾਰਥ ਹੀ ਇੰਨੇ ਪਿਆਰੇ ਪਿਆਰੇ ਆ ਵੀ ਰੱਬ ਦੀ ਯਾਦ ਆਉਣ ਹੀ ਨਹੀਂ ਦਿੰਦੇ, ਉਧਰ ਨੂੰ ਧਿਆਨ ਹੀ ਨਹੀਂ ਆਉਂਦਾ। ਰਾਏ ਬੁਲਾਰੇ ਉਚਾਰਤ ਵਾਕ ਕਹੋ ਸਤਬਾਕ ਨ ਪੂਰ ਦਇਆਲਾ। ਹੱਥ ਜੋੜ ਕੇ ਬਾਪੂ ਰਾਏ ਬੁਲਾਰ ਕਹਿੰਦੇ ਪਾਤਸ਼ਾਹ 7 ਬਚਨ, 7 ਇਹ ਬਚਨ ਤੁਹਾਡੇ ਬਿਲਕੁਲ 100 ਕੀ 101% ਸੱਚ ਨੇ। ਕੋਈ ਝੂਠ ਨਹੀਂ ਹੈ ਕਿ ਰਾਜੇ ਮਹਾਰਾਜੇ ਵੀ ਨੰਗੇ ਗਏ, ਬੰਦੇ ਨੂੰ ਮਿੰਟ ਲੱਗਦਾ ਜਾਣ ਲੱਗਿਆ। ਇਹ ਵੀ ਸੱਚ ਹੈ ਵੀ ਸਾਰੀ ਦੁਨੀਆ ਕੜਿੱਕੀ 'ਚ ਫਸ ਗਈ ਮਾਇਆ ਦੀ, ਤੇ ਨਾ ਕਿਸੇ ਨੇ ਕੱਢਣਾ ਹੀ ਹੈ ਤੇ ਨਾ ਕਿਸੇ ਬਚਾਉਣਾ ਹੀ ਹੈ। ਪਰ ਪਾਤਸ਼ਾਹ ਤੁਹਾਡੇ ਬਚਨ ਤਾਂ ਮੈਨੂੰ ਬਹੁਤ ਪਿਆਰੇ ਹਨ। ਮਾਤ ਪਿਤਾ ਤੁਮਰੇ ਬਿਰਹਾ ਤੁਰ ਨਾ ਗਵਨੋ ਰਹੀਏ ਨਿਜ ਛਾਲਾ। ਕਹਿੰਦੇ ਪਰ ਮੈਂ ਤੁਹਾਨੂੰ ਗੁਰੂ ਸਾਹਿਬ ਜੀ ਕੌਣ ਹੁੰਨਾ ਫਸਾਉਣ ਵਾਲਾ। ਆ ਤੁਹਾਡੇ ਮਾਤਾ ਪਿਤਾ ਜੀ ਦਾ ਚਿਹਰਾ ਵੇਖ ਕੇ ਮੈਨੂੰ ਤਰਸ ਆਉਂਦਾ। ਇਹ ਹੁਣ ਮੇਰੇ ਕੋ ਆ ਕੇ ਰੋਂਦੇ ਆ ਤੇ ਮੈਂ ਕੀ ਕਰਾਂ। ਹੁਣ ਜੇ ਮੈਂ ਨਹੀਂ ਤੁਹਾਨੂੰ ਕਹਿੰਦਾ ਤੇ ਇਹ ਹੋਰ ਰੋਂਦੇ ਆ ਵੀ ਤੇਰੇ ਆਖੇ ਲੱਗਦਾ ਹੈ ਬਾਬਾ ਨਾਨਕ, ਤੇ ਤੂੰ ਸਾਡੀ ਸਿਫਾਰਿਸ਼ ਕਰ। ਤੇ ਮੈਂ ਤੇ ਹੁਣ ਕਿੱਥੇ ਜਾਵਾਂ। ਦੋਵਾਂ ਵਿੱਚੋਂ ਇਹੋ ਦੁੱਖ, ਰੱਬ ਵੱਲੇ ਜਾਣਾ ਤੇ ਉਹ ਸਿੱਧੇ ਮੂੰਹ, ਇਹਨਾਂ ਕੋਲੇ ਆਉਣਾ ਤੇ ਲਾਗੇ ਵੀ। ਦੋਵਾਂ ਵਿੱਚੋਂ ਕਿੱਥੇ ਜਾਵਾਂ, ਇਹੋ ਦੁੱਖ
ਕੋਈ ਸੱਚਾਈ ਹੈ ਜੀ। ਹੁਣ ਰੱਬ ਵੱਲ ਆਪਾਂ ਆਉਣੇ ਆ, ਪਾਠ ਕਰਦੇ ਆ, ਚੌਰ ਸਾਹਿਬ ਸੇਵਾ ਕਰਦੇ ਆ, ਤੇ ਉਹ ਉਂਝ ਨਹੀਂ ਲੱਭਣ ਦਿਆ, ਤੇ ਸੰਸਾਰ ਵੱਲੇ ਜਾਂਦੇ ਆ ਤੇ ਇਹ ਉਂਝ ਨਕੰਮੇ ਸਾਰੇ। ਇਹ ਜਿੰਨਿਆਂ ਦਾ ਕਰੀ ਜਾਂਦੇ ਸਭ ਭੁੱਲਦੇ ਜਾਂਦੇ ਆ। ਭੈਣਾਂ ਦਾ ਕੀਤਾ ਉਹ ਵੀ ਖੀਰੀ ਕਹਿ ਗਈਆਂ ਸਾਡਾ ਕੀ ਕੀਤਾ, ਭਰਾਵਾਂ ਦਾ ਕੀਤਾ ਉਹ ਵੀ ਕਹਿ ਗਏ ਜਾ ਅਸੀਂ ਤੇ ਆਪ ਕਮਾਈ ਕੀਤੀ ਆ, ਹੋਰ ਕਿਸੇ ਦਾ ਕੀਤਾ, ਬੱਚਿਆਂ ਦਾ ਕੀਤਾ ਤੇ ਬੱਚੇ ਵੀ ਵੱਡੇ ਹੋ ਕੇ ਕਹਿੰਦੇ ਸਾਡਾ ਕੀ ਕੀਤਾ ਜੇ। ਉਹ ਕਹਿੰਦੇ ਮੈਂ ਜਾਵਾਂ ਕਿੱਥੇ ਰੱਬਾ, ਜੇ ਮੈਂ ਤੇਰੇ ਵੱਲ ਆਉਣਾ ਤੇ ਤੂੰ ਸ਼ਰਤਾਂ ਹੀ ਬੜੀਆਂ ਰੱਖੀ ਫਿਰਦਾ ਹੈ, ਤੂੰ ਉੱਦਾਂ ਨਹੀਂ ਮੈਨੂੰ ਦਿਸਣ ਦਿਆ, ਤੇ ਜੇ ਮੈਂ ਇਹਨਾਂ ਦਾ ਕਰਦਾ ਵਾਂ ਤੇ ਇਹ ਹੈ ਸਾਰੇ ਨਕੰਮੇ ਆ। ਇਹ ਉਹ ਆ ਜਿਹੜੇ ਪਾਥੀਆਂ ਫੜਾਉਣ ਵਾਲੇ। ਉਹ ਜਦੋਂ ਲੱਕੜਾਂ ਚਿੰਦੇ ਹੁੰਦੇ ਨਾ ਉੱਥੇ ਕਈ ਬੜੀ ਸਕੀਮ ਜੀ ਦੇਣਗੇ, ਐ ਨੂੰ ਸਿਰ ਕਰੋ, ਐ ਨੂੰ ਲੱਤਾਂ ਕਰੋ, ਐ ਨੂੰ ਬਾਂਹ ਕਰੋ, ਇਧਰੋਂ ਐ ਨੂੰ ਕਰੋ। ਉੱਥੇ ਹਾਸਾ ਵੀ ਹੁੰਦਾ ਵੇਖ ਕਿੱਦਾਂ ਸਕੀਮਾਂ ਦਿੰਦਾ, ਜਿਵੇਂ ਆਪ ਨਹੀਂ ਜਾਣਾ ਹੁੰਦਾ। ਐ ਵੀ ਚੁੱਪ ਕਰਕੇ ਇੱਥੇ ਵਾਹਿਗੁਰੂ ਵਾਹਿਗੁਰੂ ਕਰ ਦਿਓ, ਝੱਟ ਉਹਦਾ ਭਲਾ ਹੋ ਜਾਊਗਾ। ਇੱਕ ਕਹਿੰਦਾ ਜੀ ਘਿਓ ਤੇ ਰਹਿ ਹੀ ਚੱਲਿਆ। ਮੈਂ ਕਿਹਾ ਆਹੋ ਤੇ ਆਸਾ ਦੀ ਵਾਰ ਪੜ੍ਹਨੀ ਵੀ ਗਲਾ ਸੁੱਕਾ ਨੂੰ ਘਿਓ ਛਕਾਓ ਹੈ। ਜਦੋਂ ਲੋੜ ਸੀ ਬੀਬੀ ਭਾਪੇ ਨੂੰ ਵਿਚਾਰੇ ਖੁਰਕ ਪੈ ਗਈ ਸਿਰ 'ਚ, ਓਏ ਪੁੱਤ ਤੇਲ ਲਾ ਦੇ, ਤੇਲ ਲਾ ਦੇ, ਕਹਿੰਦੇ ਲਾਵਾਂ ਤੀਲੀ ਹੈ। ਤੇ ਅੱਜ ਬੁੜਾ ਮਰ ਗਿਆ ਤੇ ਅੱਜ ਦੇਸੀ ਘਿਓ ਦੇ ਡੱਬੇ ਲਈ ਫਿਰਦੇ। ਤੁਹਾਡਾ ਭਲਾ ਜੇ ਇਹੋ ਜਿਆਦਾ ਹੈ। ਜਿੱਦਣ ਬਾਪੂ ਨੇ ਆਖਿਆ ਮੈਨੂੰ 200 ਰੁਪਈਆ ਦੇ ਪੁੱਤ ਮੈਂ ਯਾਤਰਾ ਜਾਣਾ, ਕਹਿੰਦਾ ਮੇਰੇ ਕੋਲ ਕੁਝ ਨਹੀਂ ਹੈ। ਅੱਜ ਬਾਪੂ ਮਰ ਗਿਆ ਤੇ ਪਰਾਤ 'ਚ ਮੱਥਾ ਟੇਕ ਟੇਕ ਕੇ ਪਰਾਤ ਭਰਤੀ। ਸਾਰੇ ਰਿਸ਼ਤੇਦਾਰ ਪੈਸੇ ਰੱਖਣ ਦੇ ਵੀ ਹੁਣ ਉਹਨੇ ਪਿਕਨਿਕ ਤੇ ਜਾਣਾ। ਵੀ ਜਦੋਂ ਉਹਨੂੰ ਲੋੜ ਸੀ ਪੈਸਿਆਂ ਦੀ ਤੁਹਾਡੇ ਮਿੰਨਤਾਂ ਕਰਦਾ ਰਿਹਾ ਵੀ ਮੇਰੀ ਹੈਲਪ ਕਰੋ, ਮੈਂ ਗਰੀਬ ਆ ਮੇਰੇ, ਉਦੋਂ ਤੁਸੀਂ ਫੋਨ ਨਹੀਂ ਚੱਕੇ ਹੈ। ਉਦੋਂ ਵਿਚਾਰਾ ਕਹਿੰਦਾ ਵੀ ਸੂਟ ਹੀ ਦੇ ਦਿਓ, ਆ ਟਾਕੀ ਲਾਈ, ਕੋਈ ਨਹੀਂ ਸੂਟ ਲਿਆ। ਜਿੱਦਣ ਮਰ ਗਿਆ ਤੇ ਤੁਹਾਨੂੰ ਲੰਮੀਆਂ ਲੋਈਆਂ ਲਈ ਫਿਰ ਇਹ ਕੂੜਨੀ ਤਾਂ ਕੀ ਹੈ। ਰਾਏ ਬੁਲਾਰ ਕਹਿੰਦੇ ਗੁਰੂ ਨਾਨਕ ਸਾਹਿਬ ਮੇਰੇ ਵੱਸ ਕੋ ਨਹੀਂ ਹੈ, ਇਹਨਾਂ ਦਾ ਕੀ ਕਰਾਂ, ਇਹ ਮਾਈ ਬਾਪ ਤੇਰੇ ਹੀ ਨੇ, ਧਨ ਜਨਨੀ ਜਨ ਜਾਇਆ, ਧਨ ਪਿਤਾ ਪ੍ਰਧਾਨ। ਤੀਨ ਸਕੂਪ ਲਿਓ ਕਿਰਕੀ ਕਰਦੇ ਕਹਿ ਦੀਨ ਖਵਾਓ ਵਿਸਾਲਾ। ਕਹਿੰਦੇ ਹਨ ਇਸ ਕਰਕੇ ਮੈਂ ਤੇ ਇਹੋ ਬੇਨਤੀ ਕਰ ਸਕਦਾ ਵੀ ਜਿੰਨੀ ਕੁ ਖੇਤੀ ਹੈ 3 ਖੂਹ ਵੀ ਨਾਲ ਦੇਣ ਨੂੰ ਤਿਆਰ ਇਹਨਾਂ ਨੂੰ ਵੀ ਹੋਰ ਰੱਖ ਲੈਣ। ਜੇ ਇਹਨਾਂ ਨੂੰ ਮਾਇਆ ਹੀ ਚਾਹੀਦੀ ਨਾ ਤੇ ਵੇਖੋ ਦਿਲ ਕਹਿੰਦਾ ਵੀ 3 ਖੂਹ ਜਿਹੜੇ ਐ ਮੈਂ ਇਹਨਾਂ ਨੂੰ ਛੱਡੇ। ਸਮਝਦੇ ਹੋ ਇੱਕ ਖੂਹ ਨੂੰ ਕਿੰਨੀ ਜ਼ਮੀਨ ਲੱਗਦੀ ਹੋ ਹੈ, ਕਿੱਡਾ ਦਿਲ ਵੀ ਉਹਦਾ। ਅੱਜ ਸਕੇ ਭਰਾ ਹੁੰਦੇ ਇੱਕੇ ਮਾਂ ਦੇ ਪੇਟੋਂ, ਤੇ ਕਾਤੋਂ ਭਰਾ ਨੇ ਭਰਾ ਮਾਰਿਆ, ਇੱਕ ਵੱਟ ਵੜਤੀ ਪੁਰਾ। ਕੀ ਉਸ ਵੱਟ ਦੇ ਟੱਪੇ ਨਾਲ ਕੋਈ ਲੈ ਗਿਆ? ਭਰਾ ਨੇ ਭਰਾ ਮਾਰਤਾ ਕਿਉਂ ਜੀ? ਸਾਡੇ ਘਰ ਔਖਾ ਵੇਖਿਆ। ਇੱਕ ਉਹ ਵੀ ਇਨਸਾਨ ਹੈ, ਇੱਕ ਮੁਸਲਮਾਨ ਹੈ, ਇੰਨਾ ਕੁ ਬਾਬੇ ਨੂੰ ਪਿਆਰ ਕਰਦਾ। ਕਹਿੰਦੇ ਪਟਵਾਰੀ ਸਾਹਿਬ ਮੈਂ ਗੁਰੂ ਨਾਨਕ ਸਾਹਿਬ ਨੂੰ ਜ਼ਿਆਦਾ ਨਹੀਂ ਕਹਿ ਸਕਦਾ, ਰੱਬ ਹੈ ਜੇ ਤੈਨੂੰ ਮਾਇਆ ਪੱਖੋਂ ਤੰਗੀ ਲੱਗਦੀ ਨਾ ਵੀ ਲੋਕਾਂ ਦੇ ਪੁੱਤ ਕਮਾਈ ਕਰਦੇ ਮੇਰਾ ਵਿਹਲਾ, ਤੇ ਜਾ ਮੇਰੇ 3 ਖੂਹ ਹੋਰ ਲੈ ਲਾ। ਇੰਨਾ ਪਿਆਰ ਕਦੇ ਕਿਸੇ ਨਹੀਂ ਕੀਤਾ। ਦੀਨਨ ਕੋ ਦੁਖ ਦੇਖ ਸਕੇ ਨ ਜੋ ਕਰੀਏ ਕਰ ਬੈ ਸਕੇ ਪਾਲਾ। ਕਹਿੰਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਨਹੀਂ ਤੁਸੀਂ ਆਖੇ ਲੱਗ ਜਾਓ, ਜੋ ਕਹੋ ਸੇਵਾ ਹੋਰ ਦੇ ਦਿਓ। ਅੱਧਾ ਹਿੱਸਾ ਦੇ ਅੱਗੇ ਦੇਤਾ ਉਹਨੇ, ਇਹ ਅੱਧੇ ਚੋਂ ਕਹਿੰਦਾ ਹੋਰ ਲੈ ਲਓ ਤੀਜਾ। 3 ਹਿੱਸੇ ਗੁਰੂ ਸਾਹਿਬ ਤੁਸੀਂ ਰੱਖ ਲਓ, 1 ਮੈਨੂੰ ਦੇ ਦਿਓ। 36,000 ਕਿੱਲੇ ਦੇ 3 ਹਿੱਸੇ ਕਰ ਦਿਓ ਇੱਕ ਪਾਸੇ ਤੇ 1 ਹਿੱਸਾ, ਜਾਣੀ 4 ਹਿੱਸਿਆਂ ਦੇ ਵਿੱਚੋਂ 3 ਹਿੱਸੇ ਗੁਰੂ ਸਾਹਿਬ ਨੂੰ ਦੇਣ ਲਈ ਤਿਆਰ ਹੋ ਗਿਆ ਉਹ ਆਸ਼ਕ। ਬੜੇ ਪ੍ਰੇਮ ਦੇ ਨਾਲ ਕਹਿੰਦੇ ਮਹਾਰਾਜ ਭਲਾ ਹੀ ਕਰਨਾ ਤੇ ਫਿਰ ਇੱਥੇ ਬਹਿ ਕੇ ਕਰੀ ਜਾਓ। ਏਕ ਕਿ ਦੇਗ ਅਖੰਡ ਚਲੇ ਬ੍ਰਹਮੰਡ ਹੀ ਮੰਗਤ ਹੈ ਜਿਸ ਪਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੋਂ ਕਹਿੰਦੇ ਰਾਏ ਬੁਲਾਰ ਜੀ ਅਸੀਂ ਤੇ ਉਸ ਵਾਹਿਗੁਰੂ ਦੀ ਦੇਗ ਤੇ ਬੈਠੇ ਆ ਜਿਹੜੀ ਅਖੰਡ ਹੀ ਹੈ। ਇਹ ਤੇ ਮੁੱਕਣ ਵਾਲੀਆਂ ਚੀਜ਼ਾਂ ਵਾ, ਪਰ ਉਹ ਜਿਹੜੀ ਦੇਗ ਉਹ ਵੰਡ ਰਿਹਾ ਨਾ ਉਹ ਕਦੇ ਮੁੱਕਦੀ ਨਹੀਂ। ਆਦ ਨ ਦੇਤ ਬੇਅੰਤ ਲਕੋ ਜਗ ਕੰਤ ਦਤਾਰ ਸਮਾਨ ਕੋ ਨਾਹੀ। ਇਹਦੇ ਜਿਸ ਦਾ ਸਾਰਾ ਬ੍ਰਹਮੰਡ ਹੈ, ਜਿਹਦਾ ਕੋਈ ਆਦ ਅੰਤ ਹੀ ਨਹੀਂ, ਉਹ ਬੇਅੰਤ ਸਮਝੋ। ਪ੍ਰਾਨ ਸਰੀਰ ਰਚਿਓ ਤਨ ਧਾਨ ਸਦਾ ਭਜੀਏ ਕਰਤਾ ਮਨ ਮਾਹੀ। ਕਹਿੰਦੇ ਤੁਸੀਂ ਸਾਨੂੰ ਮੋਹ 'ਚ ਬੰਨਣਾ ਚਾਹੁੰਦੇ, ਤੂੰ ਬਾਬੂ 3 ਖੂਹਾਂ ਦੀ ਗੱਲ ਕਰਦਾ, ਮੈਂ ਤੇ ਉਹਦੇ ਨਾਲ ਯਾਰੀ ਲਾਈ ਆ ਜਿਹਨੇ ਸਾਰੀ ਸ੍ਰਿਸ਼ਟੀ ਚਲਾ ਛੱਡੀ ਹੈ।
इतना कीदा है प्रभु सिमरन उत्ते। ये चीज़ां बन नहीं सकदियां। महाराज ने एवें थोड़ा लिखता, प्रभु को सिमरै से सर्व के राजे। सब सृष्टि का राजा बन जाता जिहड़ा बंदा पाठ करता तनों मनो। प्रभु को सिमरै से बेमुहताजी। वो किसी दे मुहताज नहीं हुंदे। दुनिया उन्हां दे तरले लैंदी है। अज भी साधु भावें झूठा होवे सच्चा होवे, राष्ट्रपति मुख मंत्री प्रधानमंत्री उहदे चरनां च क्यों आउंदे भला? क्योंकि महाराज ने बचन करते सी, माया दासी भगतां की कार कमाए। इहने आउणा ही आउणा, ये सारा कुछ माया वा। ते इस करके ये भावें झूठा बाबा होवे सच्चा होवे, उहदा बाणा ते पाया ही ना, बाणे दी लाज कह लो। तां करके वड्डे वड्डे लोग भी इस घर दे उत्ते नक रगड़दे है। अकबर वर्गे भी झाड़ू ला के गए गुरु नानक दे घर विच। कनेडा दा प्रधान मंत्री आया जिथे तुहाडा सारा खानदान पहुँच गया, सारा पंजाब कनेडा च वस गया। उत्थों दा प्रधान मंत्री हरमंदर साहिब आया ते पत्रकार ने आख्या की महसूस कीता? कहंदा दुनिया दे उत्ते जे कोई जन्नत है सचखंड है ते गुरु रामदास दा घर। उत्थों दा राजा है, वो पता नहीं किहड़े भुलेखे नाल उधर जम पिया। भावना वेखो। फिर उन्हें चौर साहिब की सेवा की है। असीं कदे हत्थ ला के नहीं वेख्या होना भी चौर किनू। गुरुद्वारे पिंड च 6 आ पर चौर नहीं कीता कदे ना। कदे ताबिया च बह के हाजरी भरी आ भी बाबा बेचारा चल थकिया तो कह बाबा जी तुसीं साल हो मैं 10 मिनट पाठ करता। सानू चाह ही नहीं रह गया। वो गोरे हो के उन्हें चौर किया, ताबिया च बैठे गोरे कीर्तन करन दे बापू महाराज की कथा करन दे। उन्होंने चाह पैदा हो गया। साडे वालों का चाह ही मुकदा जांदा। ये चाह नूं मुकड़ नहीं देना। आओ सारे रल के इनू बरकरार करिए। विसरना विसरना दातार, विसरना विसरना दातार। अपना नाम दे हो, अपना नाम दे हो, अपना नाम दे हो, अपना नाम दे हो। गुण गावा दिन रात, गुण गावा दिन रात। गुण गावा दिन रात, गुण गावा दिन रात। नानक चाहो, नानक चाहो, नानक चाहो, नानक चाहो। ਇੱਥੇ ਬੈਠੀਆਂ ਲੋਕਾਂ ਜਿਨ੍ਹਾਂ ਨੂੰ ਚਾਹ ਵਾ ਕਥਾ ਦਾ, ਬਾਬਾ ਜੀ ਮੇਰਾ ਦੇਖਣੇ ਉਹਨਾਂ ਟੁੱਟ ਗਏ। ਬਾਬਾ ਜੀ ਮੇਰਾ ਨੇ ਇਹ ਚਾਹ ਹੀ ਹੈ, ਫੇਰੀ ਆਵਾਜ਼ ਨਿਕਲਦੀ ਹੈ। ਉਦਾਂ ਨਹੀਂ ਨਿਕਲਦੀ। ਉਦਾਂ ਇਹਨਾਂ ਕਿਹਾ ਬਾਬਾ ਜੀ ਮੇਰਾ ਨੱਕਾ ਨਾ ਟੁੱਟ ਜੇ, ਮੋਟਰ ਚੱਲਦੀ ਮੈਂ ਚੱਲਿਆ। ਪਰ ਕਈ ਲੋਕ ਏਦਾਂ ਦੇ ਜਿਹੜੇ ਕਹਿੰਦੇ ਵੀ ਸਭ ਕੁਝ ਖੋਲੋ ਪਰ ਮੇਰੇ ਕੋਲੋਂ ਨੇਮ ਨਾ ਟੁੱਟੇ। ਸੱਚੇ ਪਾਤਸ਼ਾਹ ਜੀ ਮੈਂ ਅੱਜ ਨਾ ਸੁਣੀ ਗੁਰਬਾਣੀ, ਮੇਰਾ ਨਿਤ ਨੇਮ ਟੁੱਟ ਜੋ। ਤੇ ਮਹਾਰਾਜ ਦੇ ਵਚਨ ਵੀ ਹੋਏ, ਕਹਿੰਦੇ ਤੂੰ ਨੇਮ ਨਾ ਛੱਡੀ ਤੇ ਗੁਰੂ ਤੈਨੂੰ ਵਾਹਿਗੁਰੂ ਜੀ ਕਾ Amen.